ਦੇਖੋ ਰਾਜੇ, ਅੱਜ ਨਾ ਮੈਂ ਉੱਥੋਂ ਇੱਕ ਵਾਰੀ ਨਾ ਆਪਣਾ ਹੋਮੋਮੋਰਫਿਜ਼ਮ ਦਾ ਮੇਰੇ ਅਕੋਰਡਿੰਗ ਇੱਕ ਕੁਐਸਚਨ ਰਹਿੰਦਾ ਕਾਫੀ ਵੱਡਾ ਉਹ, ਕਿ 6 ਆਰਡਰ ਦੇ 2 ਗਰੁੱਪ ਹੁੰਦੇ ਆ। ਅਤੇ ਉਹ ਕੋਈ ਨਾ ਕਿਸੇ ਦਿਨ ਫੇਰ ਮੈਂ ਕਰਵਾ ਦੂੰਗਾ। ਸਭ ਤੋਂ ਜ਼ਰੂਰੀ ਮੈਨੂੰ ਇਹ ਆ ਵੀ ਰਿੰਗ ਦਾ ਥੋੜ੍ਹਾ ਜਿਹਾ ਪਾਰਟ ਕਰਵਾ ਦਾਂ, ਜਿਹੜਾ ਮਤਲਬ ਥੋੜ੍ਹੇ ਜਿਹੇ ਬੱਚੇ ਕਹਿ ਰਹੇ ਆ। ਪਰ ਮੈਂ ਰਾਜੇ ਕੋਸ਼ਿਸ਼ ਕਰੂੰਗਾ ਵੀ ਰਿਕਾਰਡਿੰਗ ਹੈ ਜਿਹੜੀ ਮੇਰੀ ਰਿੰਗ ਦੀ ਅਤੇ ਸਬ ਰਿੰਗ ਦੀ ਹੋ ਜੇ। ਉਸ ਤੋਂ ਬਾਅਦ ਇਹ ਵੀ ਥੋੜ੍ਹੇ ਜਿਹੇ ਬੱਚੇ, ਇਹਦੇ ਨਾਲ ਤੁਹਾਡਾ 24 ਨੰਬਰ ਦਾ ਹੋ ਜਾਊਗਾ ਪੇਪਰ। ਠੀਕ ਆ, ਮੇਰੇ ਅਕੋਰਡਿੰਗ ਮੇਰੀ ਸਲਾਹ ਇਹ ਹੈ ਵੀ ਸਬ ਰਿੰਗ ਤੋਂ ਅੱਗੇ ਤਾਂ ਜਾਣ ਦੀ ਲੋੜ ਹੀ ਨਹੀਂ ਹੈ ਤੁਹਾਨੂੰ। ਠੀਕ ਆ, ਫਿਰ ਤੁਸੀਂ ਘਾਟਾ ਖਾਓਗੇ। ਠੀਕ ਆ, ਇਦੋਂ ਬੈਟਰ ਆ, ਕਿਉਂਕਿ ਉਹ ਤੁਸੀਂ ਖਲਾਰਾ ਜ਼ਿਆਦਾ ਪਾ ਲੈਣਾ, ਉਹਦਾ ਕੋਈ ਫਾਇਦਾ ਨਹੀਂ ਗਾ। ਪਹਿਲਾਂ ਮੈਂ ਸੋਚਿਆ ਸੀ ਵੀ ਪਰਮਿੰਦਰ ਸਰ ਵੀ ਕਹਿ ਰਹੇ ਸੀ ਵੀ ਰਿੰਗ ਵੀ ਰਹਿਣ ਦੇ, ਨਾ ਸ਼ੁਰੂ ਕਰ। ਪਰ ਫਿਰ ਮੈਨੂੰ ਥੋੜ੍ਹਾ ਜਿਹਾ 1-2 ਬੱਚੇ ਹੈ ਮੇਰੇ ਕੋਲ ਆਇਆ ਸੀ ਸਟੂਡੈਂਟ, ਮੈਨੂੰ ਥੋੜ੍ਹਾ ਜਿਹਾ ਲੱਗਦਾ ਵੀ ਜੇ ਇਨ ਫਿਊਚਰ MSc ਕਰਨੀ ਆ, ਉਹ ਕਹਿੰਦਾ ਮੈਂ ਕਰਨੀ ਆ। ਪਹਿਲਾਂ ਤੁਸੀਂ ਸਾਰੇ ਹੀ ਕਹਿ ਰਹੇ ਸੀਗੇ ਵੀ ਨਹੀਂ ਸਾਡੇ 'ਚ ਕੋਈ ਰੁਚੀ ਨਹੀਂ ਹੈ, ਤਾਂ ਸਿਰਫ ਉਹਦੇ ਵਾਸਤੇ ਕਰਵਾ ਰਹੇ ਹਾਂ। ਪੇਪਰ ਦੇ ਪੁਆਇੰਟ ਆਫ ਵਿਊ ਤੋਂ ਨਹੀਂ ਮੈਂ ਕਰਵਾ ਰਿਹਾ। ਰਿੰਗ ਸਟਾਰਟ ਕਰਨ ਲੱਗੇ ਹਾਂ। ਦੇਖੋ, ਸਭ ਤੋਂ ਪਹਿਲਾਂ R1 ਇੱਥੇ ਸੈੱਟ ਦਿੱਤਾ ਹੁੰਦਾ ਆਪਣੇ ਕੋਲ। ਠੀਕ ਆ, ਇਸ ਸੈੱਟ 'ਚ 2 ਕੰਪੋਜੀਸ਼ਨ ਹੁੰਦੀਆਂ, ਇੱਕ ਨਹੀਂ। ਇੱਕ ਐਡੀਸ਼ਨ ਦੀ, ਇੱਕ ਮਲਟੀਪਲੀਕੇਸ਼ਨ ਦੀ। ਜਦੋਂ ਐਡੀਸ਼ਨ ਅਤੇ ਮਲਟੀਪਲੀਕੇਸ਼ਨ ਆ, ਇਹਦੇ ਵਾਸਤੇ ਐਡੀਸ਼ਨ ਵਾਸਤੇ ਮੈਂ ਇਹ ਕਹਿਣਾ ਹੁੰਦਾ ਵੀ ਐਡੀਸ਼ਨ ਨਾ ਇਸ ਸਟਰਕਚਰ ਵਾਸਤੇ ਰਾਸ਼ਟਰਪਤੀ ਵਾਂਗ ਹੁੰਦੀ ਆ, ਅਤੇ ਇਹ ਜਿਹੜੀ ਮਲਟੀਪਲੀਕੇਸ਼ਨ ਆ ਇਹ ਪ੍ਰਧਾਨ ਮੰਤਰੀ ਵਾਂਗ ਹੁੰਦੀ ਆ। ਅਤੇ ਰਾਸ਼ਟਰਪਤੀ ਆ ਜਿਹੜਾ, ਇਹ ਕੁਛ ਨਹੀਂ ਕਰਦਾ ਹੁੰਦਾ, ਇਹ ਬਸ ਰੱਖ ਲਿਆ ਜਾਂਦਾ। ਇੰਡੀਆ 'ਚ ਜਿਵੇਂ ਪ੍ਰਧਾਨ ਮੰਤਰੀ ਹੀ ਸਾਰਾ ਕੁਛ ਕਰਦਾ। ਅੱਜ ਕੱਲ੍ਹ ਜਿਵੇਂ ਸਿਆਪੇ ਵੀ ਪ੍ਰਧਾਨ ਮੰਤਰੀ ਪਾ ਰਿਹਾ, ਤਾਂ ਸਾਰੇ ਹੀ ਸਾਰਾ ਕੁਛ ਪ੍ਰਧਾਨ ਮੰਤਰੀ ਕਰਦਾ ਹੁੰਦਾ। ਤੋ ਐਡੀਸ਼ਨ ਆ ਜਿਹੜੀ, ਇਹ ਜਸਟ ਨਾਂ ਦੀ ਆ। ਹਾਂ, ਇਹ ਜ਼ਰੂਰੀ ਆ, ਇਹ ਜ਼ਰੂਰੀ ਆ। ਇਹਦੇ ਵਾਸਤੇ ਕੀ ਆ, ਸਭ ਤੋਂ ਪਹਿਲਾਂ ਰਿੰਗ ਹੋਣ ਵਾਸਤੇ ਕੀ ਆ, ਥੋੜ੍ਹੀਆਂ ਜਿਹੀਆਂ ਪ੍ਰੋਪਰਟੀਆਂ ਜਿਹੜੀਆਂ ਉਹ ਕਈ ਕਿਤਾਬਾਂ ਵਾਲੇ ਕੁਛ ਕਹਿੰਦੇ ਆ, ਕਈ ਕੁਛ ਕਹਿੰਦੇ ਆ। ਪਰ ਮੈਂ ਇਹਨੂੰ ਛੋਟਾ ਕਰਕੇ ਲਿਖ ਦਿੰਦੇ ਆ, ਪਰ ਮੈਂ ਇਹਨੂੰ ਪੂਰੀ ਡਿਟੇਲ ਨਾਲ ਹੀ ਦੱਸ ਦਿੰਦਾ ਤੁਹਾਨੂੰ ਵੀ ਇਹਦੀਆਂ ਕਿਹੜੀਆਂ ਕਿਹੜੀਆਂ ਪ੍ਰੋਪਰਟੀਆਂ ਜਿਹੜੀਆਂ ਹੁੰਦੀਆਂ ਇਹਦੇ 'ਚ। ਅੰਡਰ ਐਡੀਸ਼ਨ ਦੀ ਗੱਲ ਕਰਾਂਗੇ, ਫਿਰ ਮਲਟੀਪਲੀਕੇਸ਼ਨ ਦੀ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਐਡੀਸ਼ਨ 'ਚ ਕੀ ਆ, ਇਹ ਆ ਜਿਹੜਾ ਅੰਡਰ ਐਡੀਸ਼ਨ, ਇਹ ਸੈੱਟ। ਅੱਛਾ, ਸਭ ਤੋਂ ਪਹਿਲਾਂ ਐਡੀਸ਼ਨ ਦੀ ਗੱਲ ਕਰੀਏ। ਐਡੀਸ਼ਨ 'ਚ ਰਾਜੇ ਜਿਹੜਾ R ਆ ਨਾ, ਇਹ ਗਰੁੱਪ ਹੁੰਦਾ। ਮਤਲਬ ਕੀ ਹੈ, ਅੰਡਰ ਐਡੀਸ਼ਨ R ਆ ਜਿਹੜਾ, ਇਹ ਕੀ ਹੁੰਦਾ, ਇਜ਼ ਅ ਗਰੁੱਪ। ਅਤੇ ਗਰੁੱਪ ਦੀਆਂ ਕਿਹੜੀਆਂ ਪ੍ਰੋਪਰਟੀਆਂ ਹੁੰਦੀਆਂ, ਕਲੋਜ਼ਰ ਪ੍ਰੋਪਰਟੀ, ਹੈ ਨਾ। ਕੀ ਹੋ ਸਕਦੀ ਅੰਡਰ ਐਡੀਸ਼ਨ, ਇਹ A ਅਤੇ B ਜੇ R ਨੂੰ ਬਿਲੋਂਗ ਕਰਨਗੇ, ਸੌਰੀ R ਰੀਅਲ ਨੰਬਰ ਨਹੀਂ ਹੁੰਦਾ, ਇਹ R A ਅਤੇ B ਇਹਨੂੰ ਬਿਲੋਂਗ ਕਰਨਗੇ, ਤਾਂ A+B ਕਿਹਨੂੰ ਬਿਲੋਂਗ ਕਰੂਗਾ, ਇਹ ਵੀ R ਨੂੰ ਕਰੂਗਾ। ਫਿਰ ਐਸੋਸੀਏਟਿਵ ਪ੍ਰੋਪਰਟੀ, ਕੀ ਹੁੰਦੀ ਹੈ ਇਹ, A B C 3 ਐਲੀਮੈਂਟ ਜੇ R 'ਚੋਂ ਤੁਸੀਂ ਚੱਕ ਲਏ, ਤਾਂ A+B+C ਜਿਹੜਾ ਹੈ A+B+C ਹੋਵੇ। ਹੁਣ ਤੁਸੀਂ ਕਹੋਗੇ ਸਰ ਅੰਡਰ ਐਡੀਸ਼ਨ ਤਾਂ ਇਹ ਐਸੋਸੀਏਟਿਵ ਹੁੰਦੀ ਹੋਈ ਹੈ, ਚੈੱਕ ਕਰਨ ਦੀ ਕੀ ਲੋੜ ਹੈ, ਐਡੀਸ਼ਨ ਤਾਂ ਐਸੋਸੀਏਟਿਵ ਹੀ ਹੈ। ਰਾਜੇ, ਐਡੀਸ਼ਨ ਸਿਰਫ ਇਹਦਾ ਨਾਮ ਹੈ, ਇਹ ਅਸਲ 'ਚ ਐਡੀਸ਼ਨ ਨਹੀਂ ਹੈ। ਇਹਨੂੰ ਕਹਿ ਐਡੀਸ਼ਨ ਦਿੰਦੇ ਆ, ਪਾਉਂਦੇ ਵੀ ਪਲੱਸ ਵਾਂਗੂ ਆ। ਪਰ ਜਿਹੜੀ ਐਡੀਸ਼ਨ ਆ ਨਾ, ਇਹ ਕੁਛ ਵੀ ਹੋ ਸਕਦੀ ਹੈ। ਐਡੀਸ਼ਨ ਕਈ ਤਾਂ ਇੱਦਾਂ ਲਿਖਦੇ ਆ ਇਹਨੂੰ, ਉਹ ਚੀਜ਼ ਹੋਰ ਵੀ ਵਧੀਆ ਲੱਗਦੀ ਹੈ, ਅਤੇ ਇਹਨੂੰ ਸਟਾਰ ਪਾ ਕੇ ਲਿਖ ਦਿੰਦੇ ਆ। ਇਹ ਚੀਜ਼ ਜ਼ਿਆਦਾ ਬੈਟਰ ਆ। ਚਲੋ ਐਂ ਕਰੀਏ, ਹੁਣ ਤੁਹਾਨੂੰ ਪਤਾ ਲੱਗੇ ਥੋੜ੍ਹਾ ਜਿਹਾ ਵੀ ਇਹ ਕੀ ਚੀਜ਼ ਆ, ਨਹੀਂ ਤਾਂ ਤੁਹਾਨੂੰ ਊਂ ਲੱਗੀ ਜਾਣਾ ਇਹ ਵੀ ਠੀਕ ਆ, ਇਹਦੇ 'ਚ ਕਿੱਡੀ ਗੱਲ ਆ। ਉਸ ਤੋਂ ਬਾਅਦ ਆਈਡੈਂਟਿਟੀ, ਐਗਜ਼ਿਸਟੈਂਸ ਆਫ ਆਈਡੈਂਟਿਟੀ। ਇੱਧਰ ਆਪਣੇ ਕੋਲ ਕੀ ਹੋਣੀ ਚਾਹੀਦੀ ਹੈ, ਆਈਡੈਂਟਿਟੀ ਹੋਣੀ ਚਾਹੀਦੀ ਹੈ। ਕਿਉਂਕਿ ਇਹਨੂੰ ਐਡੀਸ਼ਨ ਕਹਿੰਦੇ ਹੁੰਦੇ ਆ, ਤਾਂ ਇੱਥੇ 0 ਹੀ ਲਾਉਂਦੇ ਹੁੰਦੇ ਆ ਰਾਜੇ, ਉੱਧਰ A ਆ ਜੇ। ਠੀਕ ਆ, ਹਰੇਕ ਐਲੀਮੈਂਟ ਵਾਸਤੇ ਆਪਣੇ ਕੋਲ ਆਈਡੈਂਟਿਟੀ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਇਨਵਰਸ, ਕੀ ਹੁੰਦਾ ਇਹ, A ਵਾਸਤੇ ਆਪਣੇ ਕੋਲ ਕੁਛ B ਹੋਣਾ ਚਾਹੀਦਾ, ਸੱਚ ਦੈਟ A+B ਕੀ ਬਣ ਜੇ, ਆਈਡੈਂਟਿਟੀ। ਠੀਕ ਹੈ, ਉਸ ਤੋਂ ਬਾਅਦ ਇਹ ਜਿਹੜਾ ਹੈਗਾ, ਇੱਕ ਮਿੰਟ ਵੇਟ ਕਰੋ, ਮੈਂ ਸ਼ੁਰੂ 'ਚ ਦੇਖ ਲਾਂ ਇਹਨਾਂ ਨੇ ਡੈਫੀਨੇਸ਼ਨ ਕੀ ਦਿੱਤੀ ਹੈ। ਇਨਵਰਸ ਆ ਗਿਆ, ਹਾਂ। ਅਬਿਲੀਅਨ ਜਿਹੜਾ ਗਰੁੱਪ ਨਹੀਂ ਹੈ, ਅਬਿਲੀਅਨ ਗਰੁੱਪ ਹੋਣਾ ਚਾਹੀਦਾ ਰਾਜੇ। ਅਬਿਲੀਅਨ ਗਰੁੱਪ ਮਤਲਬ ਸਾਰੀਆਂ ਪ੍ਰੋਪਰਟੀਆਂ, ਮਤਲਬ ਕਮੂਟੇਟਿਵ ਪ੍ਰੋਪਰਟੀ ਵੀ ਇਹਦੀ ਹੋਲਡ ਹੋਣੀ ਚਾਹੀਦੀ ਹੈ। ਕੀ ਹੁੰਦੀ ਹੈ ਕਮੂਟੇਟਿਵ ਪ੍ਰੋਪਰਟੀ, A+B = ਕੀ ਹੋ ਜੇ, B+A।
थोड़ा जिहा तां करके रख देना ए प्लस बी इज इक्वल टू बी प्लस ए। ये 4 प्रॉपर्टियां ਜਿਹੜੀਆਂ 5 ਇਹ ਇਸ ਕੰਪੋਜੀਸ਼ਨ ਅੰਡਰ ਹੋਣੀਆਂ ਚਾਹੀਦੀਆਂ ਹੋਲਡ। ਪਰ ਇਸ ਕੰਪੋਜੀਸ਼ਨ ਨੂੰ ਹੁਣ ਆਪਾਂ ਵੈਸੇ ਹੀ ਐਡੀਸ਼ਨ ਕਹਿ ਦਿੰਦੇ ਹਾਂ, ਇਹ ਕੁਛ ਵੀ ਹੋ ਸਕਦੀ ਆ। ਐਡੀਸ਼ਨ ਆ ਜਿਹੜੀ ਰਾਜੇ, ਇੱਕ ਚੀਜ਼ ਯਾਦ ਰੱਖਿਓ, ਐਡੀਸ਼ਨ ਆ ਨਾ ਜਿਹੜੀ ਐਂ ਲਿਖੀ, ਇਹ ਡਿਵੀਜ਼ਨ ਵੀ ਹੋ ਸਕਦੀ ਹੈ, ਇਹ ਮਲਟੀਪਲੀਕੇਸ਼ਨ ਵੀ ਹੋ ਸਕਦੀ ਹੈ, ਇਹ ਸਬਟਰੈਕਸ਼ਨ ਵੀ ਹੋ ਸਕਦੀ ਹੈ। ਏ ਪਲੱਸ ਬੀ ਦਾ ਮਤਲਬ ਇਹ ਵੀ ਹੋ ਸਕਦਾ ਏ ਡਾਟ ਬੀ ਮਾਈਨਸ ਏ, ਜਿਵੇਂ ਆਪਾਂ ਕੰਪੋਜੀਸ਼ਨ ਨਹੀਂ ਏ ਸਟਾਰ ਬੀ ਡਿਫਾਈਨ ਕਰਦੇ ਹੁੰਦੇ ਸੀਗੇ, ਏ ਡਾਟ ਬੀ ਪਲੱਸ ਏ ਕੁਛ ਵੀ ਹੋ ਜਾਂਦੀ ਸੀ, ਉਵੇਂ ਹੀ ਇਹ ਇੱਕ ਕੰਪੋਜੀਸ਼ਨ ਆ। ਹੁਣ ਦੂਸਰੀ ਸਟਾਰ ਕੰਪੋਜੀਸ਼ਨ, ਇਸ ਕੰਪੋਜੀਸ਼ਨ ਦੇ ਅੰਡਰ ਜਿਹੜਾ ਆਰ ਆ ਉਹ ਕੀ ਹੋਣਾ ਚਾਹੀਦਾ, ਸੈਮੀ ਗਰੁੱਪ। ਸੈਮੀ ਗਰੁੱਪ ਕੀ ਹੁੰਦਾ ਸੀ, ਅੱਧਾ ਗਰੁੱਪ। ਅੱਧਾ ਗਰੁੱਪ ਦਾ ਮਤਲਬ ਕੀ ਹੈ, ਅੱਧੀਆਂ ਪ੍ਰੋਪਰਟੀਆਂ ਹੋਲਡ ਹੋਣ। ਪਹਿਲੀ ਕਿਹੜੀ, ਕਲੋਜ਼ਰ, ਦੂਸਰੀ ਐਸੋਸੀਏਟਿਵ। ਕੀ ਹੋਊਗੀ ਕਲੋਜ਼ਰ, ਏ ਸਟਾਰ ਬੀ ਕਿਹਨੂੰ ਬਿਲੋਂਗ ਕਰਨਾ ਚਾਹੀਦਾ, ਫਿਰ ਆਰ ਨੂੰ, ਜੇ ਏ ਤੇ ਬੀ ਆਰ ਦੇ ਐਲੀਮੈਂਟ ਆ। ਹੋਰ ਤੇਰੀ ਕਿਹੜੀ ਪ੍ਰੋਪਰਟੀ ਹੁੰਦੀ ਹੈ, ਐਸੋਸੀਏਟਿਵ ਪ੍ਰੋਪਰਟੀ। ਫਿਰ ਦੁਬਾਰਾ ਇਹ ਸਟਾਰ ਅੰਡਰ ਆ, ਸਮਝ ਲੱਗੀ, 2 ਕੰਪੋਜੀਸ਼ਨਸ ਆ ਇਹ। ਸੋ ਇਹ ਜੇ ਪ੍ਰੋਪਰਟੀਆਂ ਹੋਲਡ ਹੋ ਜਾਣ ਤਾਂ ਆਪਾਂ ਰਿੰਗ ਕਵਾਂਗੇ। ਪਰ ਇੱਕ ਹੋਰ ਪ੍ਰੋਪਰਟੀ ਆ ਜਿਹੜੀਆਂ ਬਹੁਤ ਜ਼ਰੂਰੀ ਆ, ਇਹ ਹੈਗੀਆਂ ਇਹਨਾਂ ਸਾਰੀਆਂ ਦੇ ਨਾਲ, ਇਹਨਾਂ ਦੋਹਾਂ ਦੀ ਜੁਆਇੰਟ ਇੱਕ ਪ੍ਰੋਪਰਟੀ ਆ, ਉਹ ਹੈਗੀ ਹੈ ਡਿਸਟਰੀਬਿਊਟਿਵ ਲਾਅ। ਡਿਸਟਰੀਬਿਊਟਿਵ ਲਾਅ, ਇਹ ਕਿੰਨੀਆਂ ਹੋ ਗਈਆਂ ਕੁੱਲ, 5 ਤੇ 2 7। ਇਹ ਡਿਸਟਰੀਬਿਊਟ, ਇੱਕ ਮਿੰਟ ਇਹਨਾਂ ਨੂੰ ਨਾ ਇੱਥੇ ਲਿਖ ਲਈਏ। ਇਹ ਤਾਂ ਹੋ ਗਈਆਂ ਇਨ ਐਡੀਸ਼ਨ, ਐਡੀਸ਼ਨ ਨਹੀਂ ਵੈਸੇ ਕਹਿਣਾ ਚਾਹੀਦਾ ਇਹਨਾਂ ਨੂੰ, ਇਨ ਛੱਡੋ ਇਹਨੂੰ, ਕੁਛ ਨਾ ਕਹੋ। ਆਪਣੇ ਕੋਲ ਇੱਕ ਹੋਰ ਪ੍ਰੋਪਰਟੀ ਆ, ਉਹਨੂੰ ਆਪਾਂ ਕਹਿ ਦਿੰਦੇ ਹਾਂ ਡਿਸਟਰੀਬਿਊਟਿਵ ਲਾਅ। ਉਹ ਤਾਂ ਹੋਲਡ ਹੋਣੀਆਂ ਹੀ ਚਾਹੀਦੀਆਂ 7। ਇਹ ਹੋਰ ਆ ਡਿਸਟਰੀਬਿਊਟਿਵ ਲਾਜ਼। ਇਹਨਾਂ ਨੂੰ ਕਿਵੇਂ ਲਿਖਿਆ ਹੋਇਆ, ਏ ਸਟਾਰ ਬੀ, ਏ ਕੰਪੋਜੀਸ਼ਨ, ਇਹ ਕੀ ਬਣ ਜੇ, ਏ ਸਟਾਰ ਬੀ ਏ ਸਟਾਰ ਸੀ। ਇਹ ਮੈਂ ਤੁਹਾਨੂੰ ਦੱਸਦਾ ਇਹਦਾ ਮਤਲਬ ਕੀ ਆ। ਉਸ ਤੋਂ ਬਾਅਦ ਇਸੇ ਦਾ ਹੀ ਇੱਕ ਹੋਰ ਰੂਪ ਵੀ ਹੈ, ਇਹ ਸਟਾਰ ਬੀ, ਇਹ ਬਣ ਜੇ ਏ ਸਟਾਰ ਸੀ, ਆ ਕੰਪੋਜੀਸ਼ਨ ਬੀ ਸਟਾਰ ਸੀ। ਠੀਕ ਹੈ ਜੀ ਰਾਜੇ। ਜੇ ਮੰਨ ਲਓ, ਕਿਉਂਕਿ ਇਹ ਜਿਹੜਾ ਕਿਤਾਬ ਵਾਲਾ ਇਹਨੂੰ ਬਹੁਤ ਕਲੀਅਰ ਕਰਕੇ ਇਹ ਲਿਖਦਾ ਕਿ ਇਹ ਆਪਾਂ ਇਹ ਸਿੰਬਲ ਨਹੀਂ ਪਾਉਣਾ, ਆਪਾਂ ਇਹਦੀ ਜਗ੍ਹਾ 'ਤੇ ਆਹ ਸਿੰਬਲ ਪਾਉਣਾ ਐਡੀਸ਼ਨ, ਅਤੇ ਸਟਾਰ ਦੀ ਜਗ੍ਹਾ 'ਤੇ ਆਪਾਂ ਸਟਾਰ ਨਹੀਂ ਪਾਉਣਾ, ਆਪਾਂ ਡਾਟ ਪਾਉਣਾ। ਸੋ ਇੱਥੇ ਆਪਣੇ ਕੋਲ ਆ ਜਿਹੜਾ ਇਹ ਡਿਸਟਰੀਬਿਊਟਿਵ ਲਾਜ਼ ਕਿਹੋ ਜਿਹੇ ਬਣ ਜਾਣਗੇ, ਏ ਡਾਟ ਬੀ ਪਲੱਸ ਸੀ, ਏ ਬੀ ਪਲੱਸ ਏ ਸੀ, ਏ ਬੀ ਸੀ, ਏ ਸੀ ਪਲੱਸ ਬੀ ਸੀ। ਰਾਜੇ ਇਹ ਰਿੰਗ ਥਿਊਰੀ 'ਚ ਹੋਲਡ ਹੋਣੇ ਚਾਹੀਦੇ ਆ, ਇਹਨਾਂ ਨੂੰ ਡਿਸਟਰੀਬਿਊਟਿਵ ਲਾਜ਼ ਕਹਿੰਦੇ ਆ। ਇੱਕ ਚੀਜ਼ ਰਾਜੇ ਦੇਖੋ, ਜੇ ਧਿਆਨ ਨਾਲ, ਜੇ ਮੈਂ ਕਹਾਂ ਇਹਨਾਂ ਦੋਹਾਂ 'ਚ ਕਾਮਨ ਕੀ ਨਿਕਲਦਾ, ਤੁਸੀਂ ਕਹੋਗੇ ਏ, ਮੈਂ ਕਹੂੰਗਾ ਕਾਮਨ ਏ ਬਾਹਰ ਕੱਢ ਲਓ, ਕੀ ਬਚੂਗਾ ਪਿੱਛੇ, ਆਹ ਦੇਖੋ ਏ ਬਾਹਰ ਕੱਢ ਲਿਆ, ਪਿੱਛੇ ਬੀ ਪਲੱਸ ਸੀ ਬਚੂਗਾ। ਅਤੇ ਇੱਧਰ ਕਾਮਨ ਕੀ ਨਿਕਲਦਾ, ਸੀ, ਅਤੇ ਦੇਖੋ ਇੱਧਰ ਸੀ ਬਾਹਰ ਕੱਢ ਲਿਆ, ਪਿੱਛੇ ਏ ਪਲੱਸ ਬੀ ਬਚੂਗਾ। ਜਾਣੀ ਕਿ ਇਹ ਡਿਸਟਰੀਬਿਊਟਿਵ ਲਾਜ਼ ਕੀ ਕਹਿ ਰਹੇ ਆ ਕਿ ਰਿੰਗ 'ਚੋਂ ਆਪਾਂ ਐਲੀਮੈਂਟ ਕਾਮਨ ਕੱਢ ਸਕਦੇ ਹਾਂ, ਗਰੁੱਪ 'ਚ ਇੱਦਾਂ ਨਹੀਂ ਕਰ ਸਕਦੇ ਸੀ ਤੁਸੀਂ। ਠੀਕ ਆ, ਇਹਨੂੰ ਕਹਿੰਦੇ ਆ ਮਲਟੀਪਲੀਕੇਸ਼ਨ ਇਜ਼ ਡਿਸਟਰੀਬਿਊਟਿਵ ਓਵਰ ਐਡੀਸ਼ਨ। ਦੇਖੋ ਐਡੀਸ਼ਨ ਨੇ ਮਲਟੀਪਲੀਕੇਸ਼ਨ ਨੂੰ 2 ਭਾਗਾਂ 'ਚ ਵੰਡਤਾ, ਇੱਕ ਇਹ ਭਾਗ, ਇੱਕ ਇਹ ਭਾਗ। ਇੱਥੇ ਵੀ ਆ ਗਈ, ਇੱਥੇ ਵੀ ਆ ਗਈ, ਇੱਥੇ ਇੱਕ ਵਾਰੀ ਸੀ ਨਾ, ਇੱਥੇ ਕੀ ਆ, ਇਹ ਵੀ ਸੇਮ ਚੀਜ਼ ਹੀ ਹੈ। ਸੋ ਇਹ ਲਾਅ ਹੋਲਡ ਹੋਣੇ ਚਾਹੀਦੇ ਆ। ਜੇ ਇਹ 7 ਪ੍ਰੋਪਰਟੀਆਂ ਜਿਹੜੀਆਂ ਮੈਂ ਇੱਧਰ ਲਿਖੀਆਂ ਅਤੇ ਇਹ 2 ਲਾਅ ਹੋਲਡ ਹੋ ਗਏ ਤਾਂ ਆਪਾਂ ਇਹਨੂੰ ਰਿੰਗ ਕਹਾਂਗੇ। ਹੁਣ ਇੱਕ ਚੀਜ਼ ਆ, ਆਪਾਂ ਥੋੜ੍ਹਾ ਜਿਹਾ ਇਹਨੂੰ ਸੋਚ ਕੇ ਜੇ ਲਿਖੀਏ ਤਾਂ ਗਰੁੱਪ 'ਚ ਤੁਹਾਨੂੰ ਮੈਂ ਇੱਥੇ ਹੀ ਦਿਖਾ ਦਿੰਦਾ। ਆਹ ਦੇਖੋ, ਸਭ ਤੋਂ ਪਹਿਲਾਂ ਮੇਰੇ ਕੋਲ ਪੁਰਾਣੀ ਬੁੱਕ ਆ, ਐਨੂਅਲ ਸਿਸਟਮ ਵਾਲੀ ਆ, ਇਹ ਹੈਗੀ ਆ ਸਪੈਕਟਰਮ ਦੀ ਬੁੱਕ ਆ, ਪਰ ਪੁਰਾਣੀ ਹੈ, BSc ਫਾਈਨਲ ਦੀ ਮੇਰੇ ਕੋਲ, ਮੈਂ ਅੱਜ ਭੁੱਲਿਆ ਆ। ਆਹ ਦੇਖੋ, ਸਭ ਤੋਂ ਪਹਿਲਾਂ ਇਹਨੇ ਐਡੀਸ਼ਨ ਪਾਈ ਹੋਈ ਹੈ ਇੱਥੇ। ਸੋ ਇਹ ਸਿੰਬਲ ਦੀ ਵਰਤੋਂ ਇਹਨਾਂ ਨੇ ਨਹੀਂ ਕਰਨੀ, ਐਡੀਸ਼ਨ ਹੋ ਗਈ, ਪਰ ਇਹਨੂੰ ਪਲੱਸ ਸਮਝਣ ਦੀ ਗਲਤੀ ਕਦੇ ਵੀ ਨਹੀਂ ਕਰਨੀ। ਫਿਰ ਐਸੋਸੀਏਟਿਵ ਪ੍ਰੋਪਰਟੀ, ਫਿਰ ਕਹਿੰਦਾ ਆਈਡੈਂਟਿਟੀ ਵੀ ਹੋਣੀ ਚਾਹੀਦੀ ਆ। 0 ਲਿਖਾਂਗੇ, ਪਰ 0 ਉਹ 0 ਨਹੀਂ ਹੈ, ਇਹ ਉਹ 0 ਨਹੀਂ ਹੈ, ਗਲਤੀ ਵੀ ਨਾ ਕਰ ਲਿਓ ਸੋਚਣ ਦੀ। ਇਹ 0 1 ਵੀ ਹੋ ਸਕਦੀ ਹੈ, ਇਹ 0 2 ਵੀ ਹੋ ਸਕਦੀ ਹੈ, ਇਹ 2/5 ਵੀ ਆ ਜਾਂਦੀ ਹੈ। ਜਿਵੇਂ ਆਈਡੈਂਟਿਟੀ ਦੀ ਵੈਲਿਊ ਆਪਾਂ ਕੱਢਦੇ ਸੀ ਨਾ, ਕਿਤੇ 4/5 ਆ ਗਈ, ਕਿਤੇ 1/3 ਆ ਗਈ। ਸੋ 0 ਆ ਜਿਹੜੀ, ਇਹ ਕੁਛ ਵੀ ਆ ਸਕਦੀ ਹੈ। ਜਸਟ ਈ ਦੀ ਜਗ੍ਹਾ 'ਤੇ ਇੱਥੇ ਆਪਾਂ 0 ਲਿਖਿਆ ਕਰਾਂਗੇ।
ਸੋ ਇਹ 0 ਆਉਣੀ ਚਾਹੀਦੀ ਹੈ ਅੰਡਰ ਐਡੀਸ਼ਨ। ਉਸ ਤੋਂ ਬਾਅਦ ਇਹ ਕਹਿੰਦਾ ਇਨਵਰਸ ਵੀ ਮਿਲਣਾ ਚਾਹੀਦਾ। ਹਾਂ, ਇਨਵਰਸ ਨੂੰ ਏ ਇਨਵਰਸ ਦੀ ਜਗ੍ਹਾ 'ਤੇ, ਕਿਉਂਕਿ ਅੰਡਰ ਐਡੀਸ਼ਨ ਕੰਮ ਕਰ ਰਹੇ ਹਾਂ ਆਪਾਂ, -a ਲਿਖਾਂਗੇ। ਪਰ 5 ਦਾ ਹੁਣ ਦੇਖੋ, ਜੇ ਮੰਨ ਲਓ ਇਹਨਾਂ ਦੀ ਐਡੀਸ਼ਨ ਆ ਜਿਹੜੀ, ਇਹ ਇਹਨਾਂ ਨੇ ਕਹਿਤਾ ਵੀ ਯੂਜ਼ੁਅਲ ਮਲਟੀਪਲੀਕੇਸ਼ਨ ਆ, ਜਿਹੜੀ ਪਹਿਲੀ ਦੂਜੀ 'ਚ ਤੁਸੀਂ ਗੁਣਾ ਕਰਦੇ ਆ, ਇਹ ਉਹ ਕੰਪੋਜੀਸ਼ਨ ਆ। ਫਿਰ ਹੁਣ 5 ਦਾ ਇਨਵਰਸ ਕੀ ਆਊਗਾ? ਪਹਿਲਾਂ ਤਾਂ ਆਈਡੈਂਟਿਟੀ ਕੀ ਆਊਗੀ? ਏ 'ਚ ਕੀ ਜੋੜਾਂ? ਮੈਂ ਕਹੂੰਗਾ 1 ਜੋੜੋ। ਕਿਉਂ? ਕਿਉਂਕਿ ਇਹ ਯੂਜ਼ੁਅਲ ਮਲਟੀਪਲੀਕੇਸ਼ਨ ਵਾਂਗੂ ਕੰਮ ਕਰਨਾ। ਏ ਡਾਟ 1 ਕੀ ਆ ਜਾਊਗਾ? ਏ। ਦੇਖੋ 1 ਕੀ ਬਣ ਗਈ? ਆਈਡੈਂਟਿਟੀ। ਹੁਣ ਇੱਥੇ ਆਈਡੈਂਟਿਟੀ ਕਿਵੇਂ ਆਊਗੀ? 1 ਕਿਵੇਂ ਆਊਗਾ? ਕਿਉਂਕਿ ਇਹ ਐਡੀਸ਼ਨ ਯੂਜ਼ੁਅਲ ਮਲਟੀਪਲੀਕੇਸ਼ਨ ਆ। ਸੋ ਇੱਥੇ ਇਹ ਕਿਹਦੇ ਬਰਾਬਰ ਆ ਜੂਗੀ? 5 ਡਾਟ x 1। ਸੋ x ਕੀ ਆ ਜਾਊਗਾ? 1/5। ਸੋ ਇੱਥੇ ਇਨਵਰਸ ਜ਼ਰੂਰੀ ਨਹੀਂ ਹੈ, ਉਹੀ ਹੈ। ਇਹ ਨਹੀਂ ਕਿ 5 ਦਾ ਇਨਵਰਸ ਜੀ -5 ਲਾਤਾ ਜੀ ਅਸੀਂ, 5 ਦਾ ਇਨਵਰਸ -5 ਲਾਤਾ, ਨਹੀਂ। 5 ਦਾ ਇਨਵਰਸ ਡਿਪੈਂਡ ਕਰਦਾ ਕੰਪੋਜੀਸ਼ਨ 'ਤੇ ਕੀ ਆਊਗਾ। ਸੋ ਇਹ ਇਨਵਰਸ ਹੋ ਗਿਆ। ਉਸ ਤੋਂ ਬਾਅਦ ਆ ਕਮਿਊਟੇਟਿਵ ਲਾਅ ਹੋ ਗਿਆ। ਉਸ ਤੋਂ ਬਾਅਦ ਆ ਦੇਖੋ, ਹੁਣ ਇਹ ਮਲਟੀਪਲੀਕੇਸ਼ਨ ਦੇ ਅੰਡਰ ਪ੍ਰੋਪਰਟੀਆਂ ਆ ਗਈਆਂ। ਇਹ 2 ਮੈਂ ਤੁਹਾਨੂੰ ਕਿਹਾ ਸੀ। ਬਸ ਇੱਕ ਚੀਜ਼ ਹੁਣ ਯਾਦ ਰੱਖਿਓ, ਆਰ ਐਡੀਸ਼ਨ ਅਤੇ ਮਲਟੀਪਲੀਕੇਸ਼ਨ। ਇਹਨੂੰ ਕਾਪੀ ਨੂੰ ਮੈਂ ਟੇਢਾ ਜਿਹਾ ਰੱਖ ਲਾਂ, ਥੋੜ੍ਹਾ ਜਿਹਾ ਸੈੱਟ ਨਹੀਂ ਲੱਗਦਾ ਹੈ ਨਾ। ਆਰ ਜੇ ਨਾ ਸਮਝ ਲੱਗਿਆ ਤਾਂ ਆਪਾਂ ਕੋਈ ਨਾ ਚੇਂਜ ਕਰ ਲਾਂਗੇ। ਆਰ ਅੰਡਰ ਐਡੀਸ਼ਨ ਅਤੇ ਮਲਟੀਪਲੀਕੇਸ਼ਨ, ਠੀਕ ਹੈ ਜੀ। ਪ੍ਰੋਪਰਟੀਆਂ ਡਿਸਕਸ ਕਰਨੀਆਂ। ਅੰਡਰ ਐਡੀਸ਼ਨ ਗਰੁੱਪ ਦੀਆਂ 5 ਪ੍ਰੋਪਰਟੀਆਂ। ਅਬੀਲੀਅਨ ਗਰੁੱਪ ਹੋਣਾ ਚਾਹੀਦਾ। 5 ਦੀਆਂ 5 ਪ੍ਰੋਪਰਟੀਆਂ ਕਿਹੜੀਆਂ ਕਿਹੜੀਆਂ? ਕਲੋਜ਼ਰ ਕਿਵੇਂ ਲਿਖਾਂਗੇ? A + B ਬਿਲੋਂਗਸ ਟੂ R, ਠੀਕ ਹੈ। ਐਸੋਸੀਏਟਿਵ A + B + C, A + B + C, ਠੀਕ ਹੈ। ਰਫ ਲਿਖੀ ਜਾਣਾ। ਆਈਡੈਂਟਿਟੀ ਕੀ ਹੋਊਗੀ? 0। ਪਰ ਇਹ ਕਈ ਵਾਰੀ ਹੋਰ ਆਇਆ ਕਰੂਗੀ। A ਦਾ ਇਨਵਰਸ ਕੀ ਹੋਊਗਾ? -a ਆਊਗਾ ਕੀ? 0। ਅਤੇ ਉਸ ਤੋਂ ਬਾਅਦ ਕਮਿਊਟੇਟਿਵ ਪ੍ਰੋਪਰਟੀ A + B B + A ਦੇ ਬਰਾਬਰ ਹੋਊਗਾ। ਮਲਟੀਪਲੀਕੇਸ਼ਨ ਦੇ ਅੰਡਰ ਕਲੋਜ਼ਰ ਪਹਿਲਾਂ ਕਿਹੜੀ ਆ ਗਈ? ਕਲੋਜ਼ਰ ਪ੍ਰੋਪਰਟੀ A ਡਾਟ B ਬਿਲੋਂਗਸ ਟੂ R। ਐਸੋਸੀਏਟਿਵ ਪ੍ਰੋਪਰਟੀ A ਡਾਟ BC AB ਡਾਟ C। ਸਮਝ ਲੱਗੀ? ਡਾਟ ਪਾਉਣ ਲੱਗ ਗਿਆ। ਹੁਣ ਮੈਂ ਸਟਾਰ ਛੱਡਤਾ, ਉਹ ਮੈਂ ਤੁਹਾਨੂੰ ਸਮਝਾਉਣ ਨੂੰ ਕਿਹਾ ਸੀ। ਅਤੇ ਉਸ ਤੋਂ ਬਾਅਦ ਕਿਹੜੇ ਸੀਗੇ? ਡਿਸਟਰੀਬਿਊਟਿਵ ਲਾਜ਼। ਉਹ ਕਿਹੜੇ ਸੀਗੇ? ਇਹ ਤਾਂ ਅੱਡ ਹੀ ਪਏ ਰਹਿੰਦੇ ਆ। ਇਹਦੇ 'ਚ ਇਹ ਇਕੱਲੀ ਮਲਟੀਪਲੀਕੇਸ਼ਨ ਨਾਲ ਰਿਲੇਟਡ ਨਹੀਂ ਗੇ, ਇਕੱਲੀ ਐਡੀਸ਼ਨ ਨਾਲ ਰਿਲੇਟਡ ਨਹੀਂ ਗੇ, ਇਹਦੇ 'ਚ ਦੋਵੇਂ ਆਉਂਦੇ ਆ। ਡਿਸਟਰੀਬਿਊਟਿਵ ਲਾਅ ਕੀ ਹੁੰਦੇ ਆ ਇਹ? ਕਿ A ਡਾਟ B + C ਕੀ ਆਊਗਾ? A ਡਾਟ B A ਡਾਟ C। ਅਤੇ ਜਿਹੜਾ ਹੈਗਾ A + B ਡਾਟ C ਕੀ ਆਊਗਾ? A ਡਾਟ C + B ਡਾਟ C। ਇਹ ਕਾਮਨ ਕੱਢਣ ਵਾਲੀ ਚੀਜ਼ ਹੈ। ਅੱਛਾ, ਇਹ ਤਾਂ ਹੋ ਗਈ ਇੱਥੋਂ ਤੱਕ। ਜੇ ਪ੍ਰੋਪਰਟੀਆਂ ਹੋਲਡ ਹੋ ਗਈਆਂ, ਇਹਨੂੰ ਕਹਿ ਦਿੰਦੇ ਆ ਰਿੰਗ ਬਣ ਗਈ। ਪਰ ਹੁਣ ਥਰਡ ਪ੍ਰੋਪਰਟੀ ਹੈ ਜਿਹੜੀ, ਉਹ ਕਿਹੜੀ ਸੀਗੀ ਇੱਥੇ ਮਲਟੀਪਲੀਕੇਸ਼ਨ 'ਚ? ਆਈਡੈਂਟਿਟੀ ਕਿਉਂ ਛੱਡਤੀ ਬਈ ਇਹਨਾਂ ਨੇ ਮਲਟੀਪਲੀਕੇਸ਼ਨ ਦੇ ਅੰਡਰ? ਸੋ ਇੱਥੇ ਕੀ ਆ? ਆਪਾਂ ਦੇਅਰ ਐਗਜ਼ਿਸਟ 1 ਲਿਖਦੇ ਹਾਂ। ਜਿਵੇਂ ਇੱਥੇ 0 ਲਿਖਿਆ ਸੀ ਨਾ, 1 ਲਿਖਦੇ ਹਾਂ ਆਪਾਂ। ਇੱਥੇ 1 ਐਗਜ਼ਿਸਟ ਕਰੂਗਾ। 1 ਕੀ ਕਰੂਗਾ? A ਨਾਲ ਮਲਟੀਪਲਾਈ ਕਰਨ 'ਤੇ A ਹੀ ਆ ਜਾਊਗਾ। ਹੁਣ 1 ਇੱਥੇ ਕੁਛ ਵੀ ਹੋ ਸਕਦਾ, 2 ਵੀ ਹੋ ਸਕਦਾ, 3 ਵੀ ਆ ਸਕਦਾ, 4 ਵੀ ਆ ਸਕਦਾ, 1/4 ਵੀ ਆ ਸਕਦਾ। ਇਹ ਸਿਰਫ ਨਾਮ ਆ। ਕਈ ਕਿਤਾਬਾਂ 'ਚ ਰਾਜੇ 0 ਨੂੰ E' ਲਿਖ ਦਿੰਦੇ ਆ ਅਤੇ ਇਹਨੂੰ E" ਲਿਖ ਦਿੰਦੇ ਆ 1 ਨੂੰ। ਪਰ ਆਪਣੀਆਂ ਕਿਤਾਬਾਂ ਜਿਹੜੀਆਂ, ਜੇ ਤੁਸੀਂ ਨੰਬਰ ਲੈਣੇ ਆ ਤਾਂ ਇਹਨੂੰ 0 ਹੀ ਲਿਖਣਾ ਪਊਗਾ, ਇਹਨੂੰ 1 ਹੀ ਲਿਖਣਾ ਪਊਗਾ। ਇਹਦਾ ਸਿਰਫ ਨਾਮ ਆ, ਕੁਛ ਵੀ ਆ ਸਕਦੇ ਆ। ਅੱਛਾ, ਜੇ ਮੰਨ ਲਓ ਰਿੰਗ ਤਾਂ ਹੋ ਗਈ, ਜੇ ਉਹਦੇ 'ਚ ਇਹੋ ਜਿਹਾ 1 ਵੀ ਹੋਇਆ ਇਨ ਐਡੀਸ਼ਨ, ਤਾਂ ਇਹਨੂੰ ਕਹਾਂਗੇ ਰਿੰਗ ਵਿਦ ਯੂਨਿਟੀ। ਜੇ 1 ਹੋਇਆ ਤਾਂ ਰਿੰਗ ਵਿਦ ਆਈਡੈਂਟਿਟੀ, ਰਿੰਗ ਵਿਦ ਯੂਨਿਟੀ। ਇਹਨੂੰ ਯੂਨਿਟੀ ਵੀ ਕਹਿ ਦਿੰਦੇ ਆ ਆਈਡੈਂਟਿਟੀ ਨੂੰ। ਸਿਰਫ ਰਿੰਗ ਦੇ ਕੇਸ 'ਚ, ਗਰੁੱਪ 'ਚ ਆਈਡੈਂਟਿਟੀ ਹੁੰਦੀ ਹੈ, ਇਹਦੇ 'ਚ ਯੂਨਿਟੀ ਕਹਿ ਦਿੰਦੇ ਆ ਇਹਨੂੰ। ਅਤੇ ਇਹ ਫਿਰ ਤੁਸੀਂ ਕਹੋਗੇ ਸਰ ਆਈਡੈਂਟਿਟੀ ਤਾਂ ਹੈਗੀ ਹੈ ਇਹਦੇ 'ਚ। ਰਾਜੇ ਮੈਂ ਤੁਹਾਨੂੰ ਪਹਿਲਾਂ ਕਿਹਾ ਹੋਇਆ ਕਿ ਐਡੀਸ਼ਨ ਆ ਜਿਹੜੀ ਰਿੰਗ ਥਿਊਰੀ 'ਚ ਸਿਰਫ ਰਾਸ਼ਟਰਪਤੀ ਵਾਲਾ ਕੰਮ ਕਰਦੀ ਹੈ। ਇਹ ਕਦੇ ਕੋਈ ਇਹਦੀ ਮਾਇਨੇ, ਹਾਂ ਇਹਦੇ 'ਚ ਗਰੁੱਪ ਹੋਣ ਵਾਸਤੇ 0 ਪਾਇਆ ਹੋਇਆ, ਕੋਈ ਪ੍ਰੋਬਲਮ ਨਹੀਂ ਹੈ। ਪਰ ਉਹਦਾ ਆਪਾਂ ਕੁਛ ਮਤਲਬ, ਇਹ 0 ਤਾਂ ਹੋਊਗਾ ਹੀ। ਇਹਦਾ ਮਤਲਬ ਇਹ ਨਹੀਂ ਆਪਾਂ ਕਹਾਂਗੇ ਰਿੰਗ ਵਿਦ ਆਈਡੈਂਟਿਟੀ ਨਾ।
ਇਹ ਆਇਡੈਂਟੀਟੀ ਹੈਗੀ ਆ ਤਾਂ ਆਪਾਂ ਕਹਾਂਗੇ ਰਿੰਗ ਵਿਦ ਆਇਡੈਂਟੀਟੀ ਆ, ਇਹ ਆਇਡੈਂਟੀਟੀ ਨਹੀਂ ਗੀ ਤਾਂ ਆਪਾਂ ਕਹਾਂਗੇ ਰਿੰਗ ਵਿਦਾਊਟ ਆਇਡੈਂਟੀਟੀ ਆ। ਇਹ ਯੂਨਿਟੀ ਹੈਗੀ ਹੈ ਤਾਂ ਆਪਾਂ ਕਹਾਂਗੇ ਰਿੰਗ ਵਿਦ ਯੂਨਿਟੀ ਆ, ਇਹ ਨਹੀਂ ਹੈਗੀ ਤਾਂ ਰਿੰਗ ਵਿਦਾਊਟ ਯੂਨਿਟੀ ਆ। ਠੀਕ ਹੈ, ਉਸ ਤੋਂ ਬਾਅਦ ਇਨਵਰਸ। ਹੁਣ ਰਾਜੇ ਇੱਕ ਚੀਜ਼ ਆ, ਇਨਵਰਸ ਕਿਵੇਂ ਐਗਜ਼ਿਸਟ ਕਰੂਗਾ? ਸਾਰੇ ਐਲੀਮੈਂਟ ਦਾ ਹੋ ਹੀ ਨਹੀਂ ਸਕਦਾ ਇਨਵਰਸ ਐਗਜ਼ਿਸਟ ਕਰ ਜੇ ਸਾਰੇ ਐਲੀਮੈਂਟ ਦਾ, ਹੋ ਹੀ ਨਹੀਂ ਸਕਦਾ। ਕਿਉਂ? ਕਿਉਂਕਿ ਜ਼ੀਰੋ ਦਾ ਇਨਵਰਸ ਕਿਵੇਂ ਹੋਊਗਾ? ਇਹ ਕਦੇ ਵੀ ਨਹੀਂ ਹੁੰਦਾ ਰਾਜੇ। ਮਤਲਬ ਇਹ ਜਿਹੜੀ ਆਇਡੈਂਟੀਟੀ ਹੈ ਨਾ, ਮੰਨ ਲਓ ਇਹ ਰੀਅਲ ਨੰਬਰਸ ਆ, ਇਹ ਸਿੰਪਲ ਐਡੀਸ਼ਨ ਆ ਜਿਹੜੀ ਪਹਿਲੀ ਦੂਜੀ ਸਿੱਖੀ ਹੈ, ਸਿੰਪਲ ਮਲਟੀਪਲੀਕੇਸ਼ਨ ਆ ਇਹ ਜਿਹੜੀ ਪਹਿਲੀ ਦੂਜੀ ਸਿੱਖੀ ਹੈ। ਹੁਣ ਤੁਹਾਨੂੰ ਉਵੇਂ ਦੇਖੋ ਜਿਵੇਂ ਤੁਸੀਂ ਪਹਿਲੀ ਵਾਲੇ ਬੱਚੇ ਹੋ, ਜ਼ੀਰੋ ਦਾ ਅੰਡਰ ਮਲਟੀਪਲੀਕੇਸ਼ਨ ਇਨਵਰਸ ਕਿਵੇਂ ਲੱਭ ਲਓਗੇ? ਸੇਮ ਪ੍ਰੋਬਲਮ ਆਉਣੀ ਆ ਤੇ ਹਮੇਸ਼ਾ ਹੀ ਆਉਂਦੀ ਰਹੂਗੀ। ਜ਼ੀਰੋ ਦਾ ਇਹਦੀ ਜਿਹੜੀ ਆਇਡੈਂਟੀਟੀ ਆ ਨਾ, ਇਹਦਾ ਇਸ ਕੰਪੋਜੀਸ਼ਨ ਅੰਦਰ ਕਦੇ ਇਨਵਰਸ ਨਹੀਂ ਲੱਭਦਾ, ਕਦੇ ਵੀ ਇਨਵਰਸ ਨਹੀਂ ਲੱਭਦਾ। ਜੇ ਐਕਸ ਮਤਲਬ ਕੀ ਹੈ, ਐਕਸ ਨੂੰ ਕਿਹਦੇ ਨਾਲ ਪ੍ਰੋਡਕਟ ਕਰਾਂ ਜ਼ੀਰੋ ਨੂੰ ਕਿ ਇਹਦੀ ਆਇਡੈਂਟੀਟੀ ਬਣ ਜੇ, ਐਕਸ ਕੀ ਆਊਗਾ 1/0 ਨਾਟ ਡਿਫਾਈਨਡ ਹੈ। ਸੋ ਇਹ ਪ੍ਰੋਬਲਮ ਹਮੇਸ਼ਾ ਰਹਿੰਦੀ ਹੈ। ਸੋ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਚਲਾਕੀ ਕੀਤੀ। ਹੁਣ ਜ਼ੀਰੋ ਨੂੰ ਬਾਹਰ ਤਾਂ ਕੱਢ ਨਹੀਂ ਸਕਦੇ, ਜੇ ਜ਼ੀਰੋ ਨੂੰ ਬਾਹਰ ਕੱਢਤਾ ਹਾਂ ਫਿਰ ਹਰੇਕ ਐਲੀਮੈਂਟ ਦਾ ਇਨਵਰਸ ਲੱਭ ਜੂਗਾ, ਕਿਉਂਕਿ ਜ਼ੀਰੋ ਪ੍ਰੋਬਲਮ ਸੀ ਉਹ ਬਾਹਰ ਕਰਤੀ। ਫਿਰ ਇਹ ਆਇਡੈਂਟੀਟੀ ਦਾ ਕੀ ਕਰਾਂਗੇ? ਇਹ ਆਇਡੈਂਟੀਟੀ ਕਿੱਥੋਂ ਲਿਆਉਂਗਾ ਮੈਂ? ਇੱਥੇ ਤਾਂ ਜ਼ੀਰੋ ਹੀ ਰੋਲ ਅਦਾ ਕਰ ਰਹੀ ਸੀ। ਸੋ ਇੱਥੇ ਇਹਨਾਂ ਨੇ ਚੌਥੀ ਪ੍ਰੋਪਰਟੀ ਹੈ ਨਾ ਜਿਹੜੀ, ਮੈਂ ਜਾਣ ਕੇ ਇੱਧਰ ਲਿਖਣ ਲੱਗਾ ਚੌਥੀ ਪ੍ਰੋਪਰਟੀ, ਇੱਥੇ ਲਿਖ ਦੇਣਾ ਚੌਥੀ ਪ੍ਰੋਪਰਟੀ ਨਾ ਇਹਨਾਂ ਨੇ ਬਦਲਤੀ। ਇਹਨਾਂ ਨੇ ਲਿਖਤਾ ਇਨਵਰਸ ਆਫ ਨॉन ਜ਼ੀਰੋ ਐਲੀਮੈਂਟਸ, ਮਤਲਬ ਜ਼ੀਰੋ ਨੂੰ ਛੱਡਤਾ ਪ੍ਰੋਪਰਟੀ 'ਚ, ਨॉन ਜ਼ੀਰੋ ਐਲੀਮੈਂਟਸ ਐਗਜ਼ਿਸਟ। ਮਤਲਬ ਨॉन ਜ਼ੀਰੋ ਐਲੀਮੈਂਟਸ ਦਾ ਇਨਵਰਸ ਜੇ ਐਗਜ਼ਿਸਟ ਕਰਦਾ ਤਾਂ ਕੀ ਹੁੰਦਾ? ਇਹਦਾ ਮਤਲਬ ਕੀ ਹੈ, ਏ ਹੈ ਜਿਹੜਾ ਪਹਿਲਾਂ ਤਾਂ ਇਹ ਨਾਟ ਇਕੁਅਲ ਟੂ ਜ਼ੀਰੋ ਆ, ਦੈਨ ਆਪਾਂ ਨੂੰ ਦੇਰ ਐਗਜ਼ਿਸਟ। ਹੁਣ ਮਲਟੀਪਲੀਕੇਟਿਵ ਇਨਵਰਸ ਕਿਵੇਂ ਲਿਖਦੇ ਹੁੰਦੇ ਆ? ਆਈ ਲਿਖਦੇ ਹੁੰਦੇ ਆ, ਆਰ ਮਿਲੂਗਾ ਸਚ ਦੈਟ ਏ ਇਨਵਰਸ ਕੀ ਬਣੂਗਾ? ਇਹਦੀ ਆਇਡੈਂਟੀਟੀ। ਹੁਣ ਇਹ ਪ੍ਰੋਪਰਟੀ ਦਾ ਪੂਰਾ ਨਾਂ ਰੱਖਤਾ। ਜ਼ਰੂਰੀ ਨਹੀਂ ਇਹ ਚੌਥੀ ਪ੍ਰੋਪਰਟੀ ਇੱਕ ਰਿੰਗ 'ਚ ਹੋਲਡ ਹੋਵੇ, ਜ਼ਰੂਰੀ ਨਹੀਂ ਇਹ ਹੋਲਡ ਹੋਵੇ, ਇਹ ਹੋਲਡ ਹੋਣੀ ਜ਼ਰੂਰੀ ਨਹੀਂ ਹੈ। ਪਰ ਮੰਨ ਲਓ ਇਹ ਹੋਲਡ ਹੋ ਗਈ, ਇਹ ਵੀ ਆ ਗਈ ਆਇਡੈਂਟੀਟੀ ਲੱਭ ਗਈ ਤੇ ਇਹ ਵੀ ਹੋ ਗਈ। ਰਿੰਗ ਤਾਂ ਇਹ ਬਣ ਚੁੱਕੀ ਸੀ, ਪਹਿਲਾਂ ਹੀ ਬਣ ਚੁੱਕੀ ਸੀ ਰਿੰਗ ਤਾਂ ਦੋ ਪ੍ਰੋਪਰਟੀਆਂ ਨਾਲ। ਹੁਣ ਇਹ ਕੀ ਹੋ ਗਈ? ਰਿੰਗ ਵਿਦ ਯੂਨਿਟੀ ਵੀ ਬਣ ਚੁੱਕੀ ਆ, ਪਰ ਹੁਣ ਇਹਦੇ 'ਚ ਨॉन ਜ਼ੀਰੋ ਐਲੀਮੈਂਟ ਦਾ ਇਨਵਰਸ ਵੀ ਐਗਜ਼ਿਸਟ ਕਰਦਾ। ਤਾਂ ਇਹਨੂੰ ਆਪਾਂ ਕੀ ਕਵਾਂਗੇ? ਡਿਵੀਜ਼ਨ ਰਿੰਗ। ਡਿਵੀਜ਼ਨ ਰਿੰਗ, ਡਿਵੀਜ਼ਨ ਰਿੰਗ। ਠੀਕ ਹੈ ਜੀ, ਹਰੇਕ ਨॉन ਜ਼ੀਰੋ ਐਲੀਮੈਂਟ ਦਾ ਇਨਵਰਸ ਜੇ ਐਗਜ਼ਿਸਟ ਕਰ ਜੇ ਤਾਂ ਇਹਨੂੰ ਕਹਿੰਦੇ ਆ ਡਿਵੀਜ਼ਨ ਰਿੰਗ। ਉਸ ਤੋਂ ਬਾਅਦ ਇੱਕ ਪੰਜਵੀਂ ਪ੍ਰੋਪਰਟੀ ਹੁੰਦੀ ਆ, ਕਿਹੜੀ? ਕਮੂਟੇਟਿਵ ਪ੍ਰੋਪਰਟੀ ਅੰਡਰ ਮਲਟੀਪਲੀਕੇਸ਼ਨ। ਹੁਣ ਇਹ ਕੀ ਹੈ? a ਡਾਟ b ਇਜ਼ ਇਕੁਅਲ ਟੂ b ਡਾਟ a ਹੋ ਜੇ ਹਰੇਕ ਐਲੀਮੈਂਟ ਵਾਸਤੇ a b ਦੇ, ਤਾਂ ਹੁਣ ਇਹ ਡਿਵੀਜ਼ਨ ਰਿੰਗ ਤਾਂ ਬਣ ਚੁੱਕੀ ਆ। ਜੇ ਇਹ ਚੀਜ਼ ਹੋ ਗਈ ਤਾਂ ਇਹਨੂੰ ਆਪਾਂ ਕਵਾਂਗੇ ਫੀਲਡ। ਫੀਲਡ। ਹੁਣ ਫੀਲਡ 'ਚ ਦੇਖੋ ਕਿੰਨੀਆਂ ਪ੍ਰੋਪਰਟੀਆਂ ਹੋਲਡ ਹੁੰਦੀਆਂ, 5 ਇਹ ਤੇ 5 ਇਹ ਤੇ 2 ਡਿਸਟ੍ਰੀਬਿਊਟਿਵ ਲਾਅ। 12 ਪ੍ਰੋਪਰਟੀਆਂ ਇੱਕ ਫੀਲਡ 'ਚ ਹੋਲਡ ਹੁੰਦੀਆਂ। ਇੱਕ ਫੀਲਡ 'ਚ ਕੰਮ ਕਰਨਾ, ਇੱਕ ਫੀਲਡ 'ਚ ਕੈਲਕੂਲੇਟ ਕਰਨਾ ਸਭ ਤੋਂ ਆਸਾਨ ਹੁੰਦਾ, ਇਹ ਚੀਜ਼ ਯਾਦ ਰੱਖਿਓ। ਫੀਲਡ ਇੱਕ ਬੈਸਟ ਸੈੱਟ ਆ, ਰੀਅਲ ਨੰਬਰਸ ਆਫ ਸੈੱਟ ਆ ਜਿਹੜਾ ਇੱਕ ਫੀਲਡ ਹੁੰਦਾ। ਇਹਦੇ 'ਚ ਮਲਟੀਪਲੀਕੇਸ਼ਨ ਕਰ ਲਓ, ਗੁਣਾ ਘਟਾਓ, ਕਾਮਨ ਕੱਢੀ ਚਲੋ, ਜੋ ਮਰਜ਼ੀ ਆ। ਤੁਸੀਂ ਰੀਅਲ ਐਨਾਲਿਸਿਸ ਪੜ੍ਹਿਆ, ਤੁਸੀਂ ਐਡਵਾਂਸ ਕੈਲਕੂਲਸ ਪੜ੍ਹਿਆ, ਚੰਗੀ ਤਰ੍ਹਾਂ ਪੜ੍ਹਿਆ, ਤੁਹਾਨੂੰ ਪਤਾ ਬਈ ਉਹਦੇ 'ਚ ਕੈਲਕੂਲੇਸ਼ਨ ਕਿੰਨੀ ਸੌਖੀ ਹੁੰਦੀ ਹੈ। ਸੋ ਫੀਲਡ 'ਚ 12 ਪ੍ਰੋਪਰਟੀਆਂ ਹੋਲਡ ਹੁੰਦੀਆਂ, ਤਾਂ ਕਰਕੇ ਉਹਦੇ 'ਚ ਕੈਲਕੂਲੇਸ਼ਨ ਹੋਲਡ ਹੁੰਦੀ ਹੈ। ਮੰਨ ਲਓ ਹੁਣ ਕਿ ਰਿੰਗ 'ਚ, ਰਿੰਗ ਤਾਂ ਬਣ ਗਈ ਇਹ 7 ਆ ਦੇਖੋ 2 ਆ 7 ਆ 9 ਪ੍ਰੋਪਰਟੀਆਂ ਤਾਂ ਹੋਲਡ ਹੁੰਦੀਆਂ ਰਿੰਗ ਦੀਆਂ, ਪਰ ਉਹਦੇ 'ਚ ਆਇਡੈਂਟੀਟੀ ਹੈ ਨਹੀਂ। ਆਇਡੈਂਟੀਟੀ ਤੋਂ ਬਿਨਾਂ ਇਨਵਰਸ ਵਾਲੀ ਪ੍ਰੋਪਰਟੀ ਦੀ ਗੱਲ ਵੀ ਨਹੀਂ ਕੀਤੀ ਜਾ ਸਕਦੀ। ਜਿਹੜਾ ਗੱਲ ਕਰੂਗਾ ਬੇਵਕੂਫ ਹੋਊਗਾ, ਕਿਉਂਕਿ ਇਹਦੇ 'ਚ ਆਇਡੈਂਟੀਟੀ ਦੀ ਲੋੜ ਪੈਂਦੀ ਹੁੰਦੀ ਹੈ, ਇਨਵਰਸ ਨਹੀਂ ਲੱਭ ਸਕਦੇ। ਆਇਡੈਂਟੀਟੀ ਗਈ, ਇਨਵਰਸ ਵਾਲਾ ਨਾਲ ਹੀ ਗਿਆ। ਇੱਕ ਚੀਜ਼ ਯਾਦ ਰੱਖਿਓ ਰਾਜੇ, ਜਦੋਂ ਕਿਸੇ ਐਲੀਮੈਂਟ ਦਾ ਨਾ, ਕਈ ਵਾਰੀ ਬੰਦਾ ਕਹਿੰਦਾ ਨਾ, ਉਹੀ ਡਿਸਕਸ ਕਰ ਦਿੰਦਾ, ਜਿਵੇਂ ਨੈਟ ਦੇ ਪੇਪਰ 'ਚ ਹੁੰਦਾ ਨਾ, ਉਹ ਕਹਿ ਦਿੰਦੇ ਆ ਆਰ ਹੈਜ਼ ਏ ਯੂਨਿਟ। ਯੂਨਿਟ ਨਹੀਂ, ਅੱਛਾ ਇਨਵਰਸ ਨੂੰ ਨਾ, ਇਹ ਇਨਵਰਸ ਆ ਜਿਹੜਾ ਇਨਵਰਸ ਆਫ ਨॉन ਜ਼ੀਰੋ ਐਲੀਮੈਂਟ, ਇਹਨੂੰ ਯੂਨਿਟ ਕਹਿ ਦਿੰਦੇ ਆ। ਯੂਨਿਟ ਜਿਹੜੇ ਐਲੀਮੈਂਟ ਦਾ ਇਨਵਰਸ ਐਗਜ਼ਿਸਟ ਕਰਦਾ ਤੇ ਜਿਹੜਾ ਇਨਵਰਸ ਐਗਜ਼ਿਸਟ ਕਰਦਾ, ਏ ਤੇ ਏ ਇਨਵਰਸ, ਇਹਨਾਂ ਦੋਹਾਂ ਦਾ ਹੀ ਨਾਮ ਆ ਯੂਨਿਟਸ। ਮਤਲਬ ਇਹ ਵੀ ਇੱਕ ਯੂਨਿਟ ਆ, ਇਹ ਵੀ ਇੱਕ ਯੂਨਿਟ ਆ, ਇਹਨਾਂ ਨੂੰ ਯੂਨਿਟਸ ਕਹਿ ਦਿੰਦੇ ਆ। ਠੀਕ ਆ, ਜਿਹੜੇ ਇੱਥੇ ਇੱਦਾਂ ਕਰਨਾ ਸੀ, ਇਹ ਜਿਹੜਾ ਏ ਹੈ
ਤੇ A ਦਾ ਇਨਵਰਸ ਐਗਜ਼ਿਸਟ ਕਰਦਾ, ਇਹਨਾਂ ਦੋਵਾਂ ਨੂੰ ਇਹ ਵੀ ਇੱਕ ਯੂਨਿਟ ਹੈ, ਇਹ ਵੀ ਇੱਕ ਯੂਨਿਟ ਹੈ, ਇਹਨਾਂ ਨੂੰ ਯੂਨਿਟਸ ਕਹਿ ਦਿੰਦੇ ਆ। ਠੀਕ ਹੈ, ਸੈਟ ਆਫ ਯੂਨਿਟਸ। ਜੇ B ਯੂਨਿਟ ਹੈ ਤਾਂ ਇੱਧਰ B ਇਨਵਰਸ ਮਿਲੂਗਾ, ਇਹ ਇਹਦਾ ਇਨਵਰਸ ਆ ਹੈ ਨਾ, ਤੇ ਇਹ ਇਹਦਾ ਇਨਵਰਸ ਆਪਾਂ ਕੀਤਾ ਨਾ ਅੱਗੇ, ਜੇ ਇਹ ਇਹਦਾ ਇਨਵਰਸ ਹੁੰਦਾ ਤਾਂ ਇਹ ਇਹਦਾ ਇਨਵਰਸ ਜ਼ਰੂਰ ਹੁੰਦਾ। ਸੋ ਜੇ ਇਹ ਯੂਨਿਟ ਤਾਂ ਇਹਨੇ ਨਾਲ ਲਾਜ਼ਮੀ ਹੋਣਾ ਹੀ ਆ, ਸੋ ਇਹਨਾਂ ਨੂੰ ਯੂਨਿਟਸ ਕਹਿ ਦਿੰਦੇ ਆ। ਇੱਥੇ ਤੁਹਾਡੇ ਸਾਹਮਣੇ 1 2 3 4 ਯੂਨਿਟਸ ਲਿਖੇ ਹੋਏ ਆ। ਅੱਛਾ, ਹੁਣ ਮੰਨ ਲਓ ਮੈਂ ਤੁਹਾਨੂੰ ਕਹਿਣਾ, ਕਈ ਨਾ ਕਿਤਾਬਾਂ 'ਚ ਐਂ ਲਿਖ ਦਿੰਦੇ ਆਰ ਹੈਜ਼ ਅ ਯੂਨਿਟ ਐਲੀਮੈਂਟ, ਕਿਉਂਕਿ ਜ਼ਰੂਰੀ ਨਹੀਂ ਹੁੰਦਾ ਵੀ ਇਹਦੇ ਸਾਰੇ ਐਲੀਮੈਂਟ ਆਰ ਦੇ ਰਿੰਗ ਦੇ ਯੂਨਿਟਸ ਹੋਣ। ਕਈ ਵਾਰੀ ਥੋੜ੍ਹੇ ਜਿਹੇ ਹੁੰਦੇ ਆ ਅਤੇ ਥੋੜ੍ਹੇ ਜਿਹੇ ਨਹੀਂ ਹੁੰਦੇ। ਜਿਵੇਂ ਇਹ ਪ੍ਰੋਪਰਟੀ ਹੈ ਨਾ, ਇਹ ਗਰੁੱਪ ਵਾਲਾ ਕੰਮ ਨਹੀਂ ਹੁੰਦਾ ਇਹਦੇ 'ਚ। ਰਿੰਗ 'ਚ 4 ਐਲੀਮੈਂਟਸ ਦਾ ਇਨਵਰਸ ਲੱਭ ਸਕਦੇ ਹਾਂ ਆਪਾਂ, ਮੰਨ ਲਓ A B C D, ਅਤੇ ਬਾਕੀ ਇਹਨਾਂ ਤੋਂ ਇਲਾਵਾ ਰਿੰਗ 'ਚ ਬਹੁਤ ਐਲੀਮੈਂਟ ਆ ਪਰ ਕਿਸੇ ਦਾ ਇਨਵਰਸ ਨਹੀਂ ਲੱਭ ਸਕਦੇ। ਸੋ ਆਰ ਕੋਲੇ ਕੀ ਹੋ ਗਏ, 4 ਯੂਨਿਟਸ ਹੋ ਗਏ। ਹੁਣ ਮੈਂ ਤੁਹਾਨੂੰ ਪੁੱਛਦਾ ਵੀ ਕੀ ਇਹਦੇ ਕੋਲੇ ਮਲਟੀਪਲੀਕੇਟਿਵ ਆਈਡੈਂਟੀਟੀ, ਜਾਣੀ ਕਿ ਆਹ ਵਾਲੀ, ਕੀ ਇਹਦੇ 'ਚ ਯੂਨਿਟੀ ਹੋਊਗੀ? ਮੈਂ ਤੁਹਾਨੂੰ ਪੁੱਛਦਾ, ਦੱਸੋ ਯੂਨਿਟੀ ਹੋਊਗੀ ਇਹਦੇ 'ਚ? ਤੁਸੀਂ ਕਹੋਗੇ ਸਰ ਜ਼ਰੂਰੀ ਥੋੜ੍ਹੀ ਆ, ਇਹ ਹੋਵੇ ਤਾਂ ਇਹ ਵੀ ਹੋਊਗੀ। ਤੀਜੀ ਪ੍ਰੋਪਰਟੀ ਇਹ ਰਾਜੇ, ਇਹ ਦੋਵੇਂ ਕਨੈਕਟਿਡ ਆ। ਤੀਜੀ ਪ੍ਰੋਪਰਟੀ ਅਤੇ ਚੌਥੀ ਕਨੈਕਟਿਡ ਆ। ਮੈਂ ਤੁਹਾਨੂੰ ਕਹਿੰਦਾ ਕਿ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ A B C D ਯੂਨਿਟਸ ਆ? ਇਹ ਬੜਾ ਰੌਲਾ ਪੈਂਦਾ ਇਹਦੇ 'ਚ ਨੈਟ ਦੇ ਪੇਪਰ 'ਚ, ਕਿ ਇਹਦੇ 'ਚ ਤਾਂ ਯੂਨਿਟਸ ਦਿੱਤੇ ਹੋਏ ਸੀਗੇ ਸਰ, ਯੂਨਿਟੀ ਤਾਂ ਦਿੱਤੀ ਹੀ ਨਹੀਂ ਸੀ, ਉਹਨਾਂ ਨੇ ਦੱਸਿਆ ਹੀ ਨਹੀਂ ਸਾਨੂੰ। ਉਹਨਾਂ ਨੇ ਤਾਂ ਇਹ ਕਿਹਾ ਵੀ ਯੂਨਿਟਸ ਹੈਗੇ ਆ, ਇਹ ਤਾਂ ਦੱਸਿਆ ਹੀ ਨਹੀਂ ਵੀ ਯੂਨਿਟੀ ਹੈਗੀ ਹੈ ਕਿ ਨਹੀਂ ਹੈਗੀ। ਰਾਜੇ ਮੈਂ ਉਹਨਾਂ ਨੂੰ ਇਹ ਪੁੱਛਦਾ ਹੁੰਦਾ ਵੀ ਜਿਹਨੇ ਪੁੱਛਿਆ ਵੀ, ਜਿਹਨੇ ਤੁਹਾਨੂੰ ਦੱਸਿਆ ਵੀ ਆਰ ਹੈਜ਼ 4 ਯੂਨਿਟਸ, ਉਹਨੂੰ ਕਿਵੇਂ ਪਤਾ ਲੱਗਿਆ ਵੀ ਆਰ 'ਚ ਯੂਨਿਟਸ ਆ? ਕਿਵੇਂ ਪਤਾ ਲੱਗਿਆ? ਉਹਨੇ A ਚੱਕਿਆ ਹੋਊ, ਫਿਰ ਉਹਦੇ ਨਾਲ ਕੋਈ X ਲਾਇਆ ਹੋਊ, ਹੈ ਨਾ, ਅਤੇ ਕੀ ਹੋਇਆ ਹੋਊ, ਕੋਈ ਨਾ ਕੋਈ ਇੱਥੇ B C D E ਲਾਇਆ ਹੋਊ, A ਦੇ ਨਾਲ ਕੁਛ F ਲਾਇਆ ਹੋਊ, ਅਤੇ ਕੀ ਬਣਿਆ ਹੋਊ, ਯੂਨਿਟੀ। ਫੇਰ ਹੀ ਉਹਨੂੰ ਪਤਾ ਲੱਗਿਆ ਨਾ ਵੀ A ਯੂਨਿਟ ਆ ਅਤੇ F ਯੂਨਿਟ ਆ, ਇਹ ਦੋਵੇਂ ਇੱਕ ਦੂਜੇ ਦੇ ਮਲਟੀਪਲੀਕੇਟਿਵ ਇਨਵਰਸ ਆ। ਫੇਰ ਹੀ ਉਹਨਾਂ ਨੂੰ ਪਤਾ ਲੱਗੂ ਵੀ ਇਹ ਯੂਨਿਟਸ ਆ। 1 ਦੇ ਬਰਾਬਰ ਆਊਗਾ ਤਾਂ ਫੇਰ ਹੀ ਪਤਾ ਲੱਗੂ ਯੂਨਿਟਸ ਆ। ਹੁਣ A ਆ ਜਿਹੜਾ ਉਹ ਰਿੰਗ ਦਾ ਐਲੀਮੈਂਟ ਆ, F ਆ ਜਿਹੜਾ ਰਿੰਗ ਦਾ ਐਲੀਮੈਂਟ ਆ, ਅਤੇ ਐਸੋਸੀਏਟਿਵ ਪ੍ਰੋਪਰਟੀ ਕੀ ਕਹਿੰਦੀ ਹੈ ਕਿ AF ਰਿੰਗ 'ਚ ਜਾਊਗਾ। AF ਕਿਹਦੇ ਬਰਾਬਰ ਆ, 1। ਸੋ 1 ਵੇਖੋ ਚਲਾ ਗਿਆ ਨਾ, ਫਿਰ ਯੂਨਿਟੀ ਵਿੱਚ ਆ ਗਈ ਰਿੰਗ ਦੇ। A ਰਿੰਗ ਦਾ ਐਲੀਮੈਂਟ ਆ, F ਰਿੰਗ ਦਾ ਐਲੀਮੈਂਟ ਆ, A ਡੋਟ F ਦੀ ਪ੍ਰੋਡਕਟ 1 ਆਈ, ਯੂਨਿਟੀ ਆਈ, ਫੇਰ ਹੀ ਉਹਨਾਂ ਪਤਾ ਲੱਗਾ ਬਈ ਨਾ A ਵੀ ਯੂਨਿਟ ਆ ਅਤੇ F ਵੀ ਯੂਨਿਟ ਆ। ਫੇਰ ਉਹਨੇ ਇੱਥੇ ਲਿਖਿਆ ਵੀ A ਯੂਨਿਟ ਆ। ਮੈਂ ਤੁਹਾਨੂੰ ਉਹਨਾਂ ਨੂੰ ਇਹ ਪੁੱਛਦਾ, ਮੈਂ ਤੁਹਾਨੂੰ ਉਹਨੂੰ ਪਤਾ ਕਿਵੇਂ ਲੱਗਿਆ ਵੀ ਯੂਨਿਟਸ ਆ? ਤਾਂ ਦੇਖੋ, A ਚੱਕ ਲਿਆ ਇੱਥੋਂ, ਮੰਨ ਲਓ A ਅਤੇ B ਦੀ ਪ੍ਰੋਡਕਟ, ਕਿਉਂਕਿ ਮੈਂ ਕਹਿ ਚੁੱਕਿਆ ਵੀ 4 ਯੂਨਿਟ ਆ, ਸੋ F ਦੀ ਜਗ੍ਹਾ 'ਤੇ ਨਾ B ਲਾਓ। A ਅਤੇ B ਦੀ ਪ੍ਰੋਡਕਟ 1 ਆ। ਉਹਨੇ ਕਹਿੰਦਾ ਠੀਕ ਹੈ ਜੀ, A ਵੀ ਯੂਨਿਟ ਆ ਅਤੇ B ਵੀ ਯੂਨਿਟ ਆ। ਹੁਣ A ਐਲੀਮੈਂਟ ਰਿੰਗ ਦਾ, B ਐਲੀਮੈਂਟ ਕਿਹਦਾ, ਰਿੰਗ ਦਾ, ਅਤੇ ਦੋਵਾਂ ਦੀ ਪ੍ਰੋਡਕਟ ਕਿਹਦੀ ਹੋਊਗੀ, ਰਿੰਗ ਦੀ। ਇਹ ਪ੍ਰੋਪਰਟੀ ਹੋਲਡ ਹੁੰਦੀ ਹੈ। ਸੋ ਦੋਵਾਂ ਦੀ ਪ੍ਰੋਡਕਟ ਆ ਜਿਹੜੀ ਕਿਹਦੇ ਬਰਾਬਰ ਆ, ਉਹ ਤਾਂ 1 ਦੇ ਬਰਾਬਰ ਆ। ਜਦੋਂ 1 ਦੇਖੋ ਚਲਾ ਗਿਆ ਨਾ ਰਿੰਗ 'ਚ। ਸੋ ਇਹ ਓਬਵੀਅਸ ਜੀ ਗੱਲ ਆ ਵੀ ਜੇ ਰਿੰਗ 'ਚ ਇੱਕ ਵੀ ਯੂਨਿਟ ਹੈਗਾ ਨਾ, ਆਪਾਂ ਨੂੰ ਇਹ ਸੋਚਣਾ ਪੈਂਦਾ ਵੀ ਉਹਨੂੰ ਪਤਾ ਕਿਵੇਂ ਲੱਗਿਆ ਉਹ ਯੂਨਿਟ ਆ। ਸੋ ਜਦੋਂ ਯੂਨਿਟ ਹੁੰਦਾ ਤਾਂ ਯੂਨਿਟੀ ਵਿੱਚ ਹੁੰਦੀ ਹੋਈ ਆ। ਜੇ ਯੂਨਿਟੀ ਹੈਗੀ ਆ ਤਾਂ ਜ਼ਰੂਰੀ ਨਹੀਂ ਯੂਨਿਟ ਹੋਵੇ। ਇੱਕ ਯੂਨਿਟ ਤਾਂ ਉਦੋਂ ਆ ਹੀ ਜਾਂਦਾ ਨਾਲ ਹੀ, ਕਿਹੜਾ, ਜੇ ਰਿੰਗ ਹੈ, ਜੇ 1 ਵਿੱਚ ਯੂਨਿਟੀ ਚਲਾ ਗਿਆ, ਕਿਹੜਾ, 1 ਨੂੰ 1 ਨਾਲ ਪ੍ਰੋਡਕਟ ਕੀਤੇ 1 ਨਹੀਂ ਬਣਦਾ। ਸੋ 1 ਆ ਜਿਹੜੀ ਆਈਡੈਂਟਿਟੀ ਆ, ਇਹ ਵੀ ਖੁਦ ਯੂਨਿਟ ਹੁੰਦੀ ਆ। ਇਸ ਤੋਂ ਇਲਾਵਾ ਯੂਨਿਟ ਮਿਲੇ ਜ਼ਰੂਰੀ ਨਹੀਂ। ਸੋ ਸਾਰਾ ਮੇਰੇ ਅਕੋਰਡਿੰਗ ਤਾਂ ਤੁਹਾਨੂੰ ਰਿੰਗ ਤਾਂ ਪਤਾ ਲੱਗ ਗਿਆ ਹੋਊ ਕੀ ਆ। ਰਾਜੇ ਇੱਕ ਚੀਜ਼ ਯਾਦ ਰੱਖਿਓ, ਜਿਹੜੇ ਐਵਰੇਜ ਸਟੂਡੈਂਟ ਆ ਉਹ ਰਿੰਗ ਥਿਊਰੀ ਛੱਡ ਸਕਦੇ ਆ। ਰਿੰਗ ਵਿਦ ਯੂਨਿਟੀ ਵਾਲੀਆਂ ਡੈਫੀਨੇਸ਼ਨਾਂ ਇਹਨੇ ਬਣਾਤੀਆਂ, ਉਸ ਤੋਂ ਬਾਅਦ ਤੁਹਾਡੀ ਬੁੱਕ ਵਾਲੇ ਨੇ ਵੀ ਬਣਾਈਆਂ ਹੋਣਗੀਆਂ ਬਹੁਤ, ਪਰ ਮੈਂ ਤੁਹਾਨੂੰ ਸਮਝਾ ਚੁੱਕਿਆ ਵੀ ਰਿੰਗ ਵਿਦ ਯੂਨਿਟੀ ਕੀ ਹੁੰਦੀ ਹੈ। ਵਿੱਚ ਇੱਕ ਐਲੀਮੈਂਟ ਮਿਲ ਜਾਂਦਾ 1, ਜਿਹੜਾ ਪ੍ਰੋਡਕਟ ਕੀਤੇ ਤੋਂ ਕੀ ਆ ਜਾਂਦਾ, 1 ਡੋਟ A ਹੋ ਜਾਂਦਾ, ਅਤੇ ਆਈਡੈਂਟਿਟੀ ਐਲੀਮੈਂਟ ਵੀ ਇਹਨੂੰ ਕਹਿ ਦਿੰਦੇ ਆ। ਚਲੋ ਇਹ ਤਾਂ ਗਿਆ, ਠੀਕ ਆ। ਅੱਛਾ, ਹੁਣ ਇੱਕ ਚੀਜ਼ ਮੈਨੂੰ ਦੱਸੋ ਵੀ ਕੀ ਕੋਈ ਰਿੰਗ ਵਿਦਾਊਟ ਯੂਨਿਟੀ ਹੋ ਸਕਦੀ ਹੈ? ਪਹਿਲਾਂ ਤਾਂ ਰਿੰਗ ਦੱਸੋ, ਰਿੰਗ ਪਹਿਲਾਂ ਤਾਂ ਪ੍ਰੂਫ ਤਾਂ ਕਰ ਲਈਏ, ਪਹਿਲਾਂ ਰਿੰਗ ਕਿਹੜੀ ਹੁੰਦੀ ਆ? ਰਿੰਗ ਰਾਜੇ ਰੀਅਲ ਨੰਬਰਸ ਦੀ ਗੱਲ ਕਰੋ, ਅੰਡਰ ਐਡੀਸ਼ਨ ਅਤੇ ਮਲਟੀਪਲੀਕੇਸ਼ਨ, ਇਹ ਰੀਅਲ ਨੰਬਰਸ ਆ। ਬਸ ਮੈਂ ਇਹਦੇ ਜ਼ਿਆਦਾ ਪ੍ਰੂਫ ਨਹੀਂ ਕਰਾਉਣੇ ਰਿੰਗ ਦੇ। ਇੱਕ ਹੀ ਹੈ ਅੰਡਰ ਕਲੋਜ਼ਰ ਪ੍ਰੋਪਰਟੀ, ਅੰਡਰ ਐਡੀਸ਼ਨ ਅਤੇ ਇਹ ਮਲਟੀਪਲੀਕੇਸ਼ਨ। ਯੂਜ਼ੁਅਲ ਐਡੀਸ਼ਨ ਜਿਹੜੀ ਕਿ ਹਮੇਸ਼ਾ ਨਹੀਂ ਹੁੰਦੀ, ਅਤੇ ਯੂਜ਼ੁਅਲ ਮਲਟੀਪਲੀਕੇਸ਼ਨ
ਜਿਹੜੀ ਕਿ ਹਮੇਸ਼ਾ ਨਹੀਂ ਹੁੰਦੀ। ਇਹ ਡਿਫਾਈਨ ਕਰ ਲਈ ਇਹਨਾਂ ਨੇ, ਇਹ ਕਹਿੰਦੇ ਕੰਮ ਚਲਾਓ ਸਮਝਾ ਦਿਓ। ਕਲੋਜ਼ਰ ਪ੍ਰੋਪਰਟੀ, ਦੋ ਰੀਅਲ ਨੰਬਰ ਨੂੰ ਐਡ ਕਰਾਂਗੇ, ਮੈਂ ਛੇਤੀ ਛੇਤੀ ਕਰਨਾ ਰਾਜੇ ਕਿਉਂਕਿ ਫਾਲਤੂ ਜਿਹਾ ਰਿਜ਼ਲਟ ਆ, ਤਾਂ ਰੀਅਲ ਨੰਬਰ ਬਣੂਗਾ 100% ਬਣੂਗਾ। ਦੋ ਤਿੰਨ ਰੀਅਲ ਨੰਬਰ ਚੱਕ ਲਓ ਕਿ ਅੰਡਰ ਯੂਜ਼ੂਅਲ ਐਡੀਸ਼ਨ ਇਹਨਾਂ ਨੂੰ ਆਪਾਂ ਇੱਦਾਂ ਬ੍ਰੈਕਟ ਅੱਗੇ ਪਿੱਛੇ ਕਰ ਸਕਦੇ ਹਾਂ, 100% ਕਰ ਸਕਦੇ ਹਾਂ। ਕੀ ਕੋਈ ਨੰਬਰ ਐਸਾ ਹੈ ਕਿ ਇਹਦੇ 'ਚ ਮੈਂ ਜੋੜਾਂ ਅਤੇ ਕੋਈ ਇਫੈਕਟ ਨਾ ਪਾਵੇ? ਹਾਂ ਹੈ, 0। ਠੀਕ ਹੈ। ਅੱਛਾ, ਕੀ ਕੋਈ ਐਸਾ ਐਲੀਮੈਂਟ ਹੈ ਇਹਦੇ 'ਚ ਜਿਹੜਾ ਇਹਦੇ 'ਚ ਮੈਂ ਐਡ ਕਰਾਂ ਅਤੇ ਆਈਡੈਂਟਿਟੀ ਬਣ ਜੇ? ਹਾਂ ਹੈ, -a। ਜੇ ਮੈਂ ਇਹਦੇ 'ਚ -a ਐਡ ਕਰੂੰਗਾ ਤਾਂ 0 ਬਣ ਜਾਊਗਾ। ਠੀਕ ਹੈ, ਸੋ ਇਨਵਰਸ ਹੋ ਗਿਆ। ਅੱਛਾ, ਉਸ ਤੋਂ ਬਾਅਦ ਪੰਜਵੀਂ ਪ੍ਰੋਪਰਟੀ ਹੈ ਜਿਹੜੀ, ਦੱਸੋ ਮੈਨੂੰ ਕਿ ਕੀ ਕੋਈ ਕਮੂਟੇਟਿਵ ਪ੍ਰੋਪਰਟੀ ਆ ਗਈ ਹੈ ਨਾ? ਕੀ ਆਪਾਂ ਦੋ ਰੀਅਲ ਨੰਬਰ ਨੂੰ ਇੱਦਾਂ ਲਿਖ ਸਕਦੇ ਹਾਂ? 100% ਲਿਖ ਸਕਦੇ ਹਾਂ। ਸੋ ਆਰ ਅੰਡਰ ਯੂਜ਼ੂਅਲ ਐਡੀਸ਼ਨ ਰੀਅਲ ਨੰਬਰਸ ਕੀ ਹੋ ਗਏ? ਅਬੇਲੀਅਨ ਗਰੁੱਪ ਤਾਂ ਹੋ ਗਿਆ। ਪਹਿਲਾਂ ਤਾਂ ਇਹ ਚੈੱਕ ਕਰਨਾ ਹੁੰਦਾ। ਹੁਣ ਅੰਡਰ ਮਲਟੀਪਲੀਕੇਸ਼ਨ ਆ ਜਾਓ, ਕੀ ਹੋਣਾ ਚਾਹੀਦਾ ਇਹ? ਆਰ ਅੰਡਰ ਮਲਟੀਪਲੀਕੇਸ਼ਨ ਸੈਮੀ ਗਰੁੱਪ ਕਲੋਜ਼ਰ ਪ੍ਰੋਪਰਟੀ ਹੋਲਡ ਹੋਊਗੀ ਮਲਟੀਪਲੀਕੇਸ਼ਨ ਦੇ ਅੰਡਰ? ਹਾਂ, ਕਿਉਂਕਿ A ਅਤੇ B ਦੀ ਜਦੋਂ ਤੁਸੀਂ ਪ੍ਰੋਡਕਟ ਕਰੋਗੇ ਦੋ ਰੀਅਲ ਨੰਬਰ ਦੀ, ਫਿਰ ਰੀਅਲ ਨੰਬਰ ਬਣੂਗਾ। ਐਸੋਸੀਏਟਿਵ ਪ੍ਰੋਪਰਟੀ ਹੋਲਡ ਹੋਊਗੀ। ਕੀ ਆਪਾਂ ਇੱਦਾਂ ਲਿਖ ਸਕਦੇ ਹਾਂ ਦੋ ਰੀਅਲ ਨੰਬਰਸ ਨੂੰ? ਹਾਂ ਲਿਖ ਸਕਦੇ ਹਾਂ, ਕੀ ਪ੍ਰੋਬਲਮ ਹੈ ਇਹਦੇ 'ਚ? ਸੋ ਇਹ ਡਿਸਟਰੀਬਿਊਟਿਵ ਲਾਅ ਦੀ ਗੱਲ ਕਰੋ। ਹੁਣ ਇਹਨਾਂ ਨੂੰ ਸਾਰੇ ਬੱਚੇ ਭੁੱਲ ਜਾਂਦੇ ਆ ਡਿਸਟਰੀਬਿਊਟਿਵ ਲਾਅ ਨੂੰ। ਕੀ ਆਪਾਂ ਦੋ ਰੀਅਲ ਨੰਬਰ ਨੂੰ ਐਂ ਲਿਖ ਸਕਦੇ ਹਾਂ? ਤੁਸੀਂ ਕਹੋਗੇ ਸਰ ਪੇਪਰ 'ਚ ਹੁਣ ਆਈ ਪ੍ਰੂਵ ਕਰੀ ਜਾਵਾਂਗੇ, ਇਹ ਪੇਪਰ 'ਚ ਰਾਜੇ ਆਊ ਤਾਂ ਐਂ ਪ੍ਰੂਫ ਕਰੋਗੇ, ਆਉਣਾ ਹੀ ਨਹੀਂ ਇਹ ਤਾਂ ਸਿਰਫ ਸਮਝਾਉਣ ਨੂੰ ਕਰ ਸਕਦਾ। ਹਾਂ ਕਾਮਨ ਕੱਢ ਸਕਦੇ ਹਾਂ, ਹਾਂ ਕੱਢ ਸਕਦੇ ਹਾਂ। ਅਤੇ ਉਸ ਤੋਂ ਬਾਅਦ ਐਂ ਲਿਖ ਸਕਦੇ ਹਾਂ A ਡੋਟ B 'ਚ ਜੋ C ਨੂੰ ਪ੍ਰੋਡਕਟ ਕਰੋਗੇ ਜਾਊਗਾ ਅੰਦਰ C ਰੀਅਲ ਨੰਬਰ ਦੇ ਕੇਸ 'ਚ 100% ਜਾਊਗਾ। ਸੋ ਇਹ ਰਿੰਗ ਹੋ ਗਈ। ਆਰ ਅੰਡਰ ਐਡੀਸ਼ਨ ਅਤੇ ਮਲਟੀਪਲੀਕੇਸ਼ਨ ਕੀ ਬਣ ਗਈ? ਰਿੰਗ ਬਣ ਗਈ। ਕੀ ਇਹਦੇ 'ਚ ਯੂਨਿਟੀ ਹੈ? 100% ਹੈ, ਯੂਨਿਟੀ ਹੈ ਇਹਦੇ 'ਚ। ਯੂਨਿਟੀ ਐਗਜ਼ਿਸਟੈਂਸ ਆਫ ਆਈਡੈਂਟਿਟੀ ਕੋਈ ਲਿਖ ਦਿੰਦੇ ਇਹਨੂੰ, ਐਗਜ਼ਿਸਟੈਂਸ ਆਫ ਆਈਡੈਂਟਿਟੀ ਕੋਈ ਹੀ ਲਿਖ ਦਿੰਦੇ ਆ। ਯੂਨਿਟੀ ਹੈ, ਹਾਂ ਹੈ। ਕੀ 1 ਨੂੰ ਕਿਸੇ ਨਾਲ ਪ੍ਰੋਡਕਟ ਕਰੋ ਸੇਮ ਆਊਗਾ। ਸੋ ਇਹਦਾ ਮਤਲਬ ਆਰ ਕੀ ਹੋ ਗਈ? ਰਿੰਗ ਵਿਦ ਯੂਨਿਟੀ। ਦੇਖੋ ਕਿੱਡੀ ਵਧੀਆ ਚੀਜ਼ ਆ ਗਈ, 1 ਹੈ। ਅੱਛਾ, ਇਨਵਰਸ ਨੌਨ ਜ਼ੀਰੋ, ਐਵਰੀ ਨੌਨ ਜ਼ੀਰੋ ਐਲੀਮੈਂਟ ਹੈਜ਼ ਇਨਵਰਸ ਹੈਗਾ। ਇਹ ਚੈੱਕ ਹੀ ਕਰ ਰਹੇ ਆ, ਰਿੰਗ ਤਾਂ ਇਹ ਬਣ ਚੁੱਕੀ ਆ। ਹੁਣ ਤਾਂ ਆਪਾਂ ਦੇਖ ਰਹੇ ਹਾਂ ਵੀ ਡਿਵੀਜ਼ਨ ਰਿੰਗ ਬਣੂਗੀ ਕਿ ਨਹੀਂ। ਹਾਂ ਰਾਜੇ, ਹਰੇਕ ਨੌਨ ਜ਼ੀਰੋ ਐਲੀਮੈਂਟ ਆ ਜਿਹੜਾ ਨਾ, ਜਿਹੜਾ 0 ਦੇ ਬਰਾਬਰ ਨਹੀਂ ਹੈ, ਤਾਂ ਉਹਦਾ ਆਪਣੇ ਕੋਲੇ 1/a ਇਨਵਰਸ ਮਿਲਦਾ। ਜਿਹੜਾ 1/a ਨੂੰ ਆਪਾਂ ਪ੍ਰੋਡਕਟ ਕਰੀਏ ਤਾਂ 1 ਬਣ ਗਈ। ਸੋ ਇਹਦਾ ਮਤਲਬ ਇਹ ਡਿਵੀਜ਼ਨ ਰਿੰਗ ਵੀ ਬਣ ਗਈ। ਦੇਖੋ ਕਿੱਡੀ ਵਧੀਆ ਚੀਜ਼ ਬਣੀ ਜਾਂਦੀ ਹੈ ਇਹ ਰੀਅਲ ਨੰਬਰ ਦਾ ਸੈੱਟ। ਉਸ ਤੋਂ ਬਾਅਦ ਕਮੂਟੇਟਿਵ ਪ੍ਰੋਪਰਟੀ, ਬਸ ਹੁਣ ਫੀਲਡ ਬਣ ਜਾਣਾ ਕਮੂਟੇਟਿਵ ਹੋਣ ਸਾਰੀਆਂ ਨੇ। ਹਾਂ, ਦੋ ਐਲੀਮੈਂਟ ਕਮਿਊਟ ਕਰਦੇ ਆ ਰੀਅਲ ਨੰਬਰ ਦੇ, ਕੋਈ ਸ਼ੱਕ ਹੀ ਨਹੀਂ ਇਹਦੇ 'ਚ। ਸੋ ਇਹਦਾ ਮਤਲਬ ਆਰ ਰੀਅਲ ਨੰਬਰ ਦਾ ਸੈੱਟ ਅੰਡਰ ਮਲਟੀਪਲੀਕੇਸ਼ਨ ਐਂਡ ਐਡੀਸ਼ਨ ਫੀਲਡ ਬਣਦਾ। ਪਰ ਮਲਟੀਪਲੀਕੇਸ਼ਨ ਅਤੇ ਐਡੀਸ਼ਨ ਕਿਹੜੀ ਹੋਣੀ ਚਾਹੀਦੀ ਹੈ? ਯੂਜ਼ੂਅਲ, ਜਿਹੜੀ ਪਹਿਲੀ ਦੂਜੀ 'ਚ ਤੁਸੀਂ ਪੜ੍ਹੀ ਹੈ, ਇਹਨੂੰ ਐਂ ਲਿਖ ਦਿੰਦੇ ਆ ਯੂਜ਼ੂਅਲ। ਮਲਟੀਪਲੀਕੇਸ਼ਨ, ਯੂਜ਼ੂਅਲ, ਐਡੀਸ਼ਨ। ਜੇ ਇਹ ਸ਼ਬਦ ਐਡੀਸ਼ਨ ਅਤੇ ਮਲਟੀਪਲੀਕੇਸ਼ਨ ਦੇ ਮੂਹਰੇ ਨਹੀਂ ਲਿਖਿਆ ਯੂਜ਼ੂਅਲ ਵਰਡ, ਤਾਂ ਇਹਦਾ ਮਤਲਬ ਇਹ ਉਹ ਐਡੀਸ਼ਨ ਨਹੀਂ ਗੀ ਜਿਹੜੀ ਤੁਸੀਂ ਸੋਚੀ ਜਾਂਦੇ ਆ ਪਹਿਲੀ ਦੂਜੀ ਵਾਲੀ, ਨਾ ਹੀ ਇਹ ਉਹ ਮਲਟੀਪਲੀਕੇਸ਼ਨ ਆ। ਯੂਜ਼ੂਅਲ ਮਤਲਬ ਇਹ ਜਿਹੜੀ ਆਮ ਤੌਰ 'ਤੇ ਵਰਤੀ ਜਾਣ ਵਾਲੀ ਐਡੀਸ਼ਨ ਆ। ਸੋ ਇਹ ਚੀਜ਼ ਦਾ ਨੋਟ ਕਰ ਲਓ ਕਿਤਾਬ 'ਤੇ। ਇਹ ਤਾਂ ਹੀ ਮੈਂ ਰਿੰਗ ਥਿਊਰੀ ਤੋਂ ਤੁਹਾਨੂੰ ਭਜਾਉਣਾ, ਇਹ ਬਰੀਕੀਆਂ ਜਿਹੜੀਆਂ ਤੁਸੀਂ ਭੁੱਲ ਜਾਂਦੇ ਹੋ। ਅੱਛਾ, ਹੁਣ ਅੱਗੇ ਚੱਲੀਏ। ਰਿੰਗ ਵਿਦਾਊਟ ਯੂਨਿਟੀ ਦੱਸੋ ਬਾਈ। ਰਿੰਗ ਹੋਵੇ ਵਿਦਾਊਟ ਯੂਨਿਟੀ, ਯੂਨਿਟੀ ਤੋਂ ਬਿਨਾਂ ਰਿੰਗ। 2Z ਚੱਕੋ, ਇਹਦੇ 'ਚ ਕਲੈਕਸ਼ਨ ਕਿਹੜੀ ਹੈ? 0 +-2 +-4 ਅਪ ਟੂ ਸੋ ਔਨ। ਇਹਦੇ 'ਤੇ ਕੰਪੋਜੀਸ਼ਨ ਲਾਓ ਯੂਜ਼ੂਅਲ ਐਡੀਸ਼ਨ ਅਤੇ ਯੂਜ਼ੂਅਲ ਮਲਟੀਪਲੀਕੇਸ਼ਨ। ਅੰਡਰ ਐਡੀਸ਼ਨ ਡਿਸਕਸ ਕਰੋ ਸਾਰਾ ਕੁਛ। ਕਲੋਜ਼ਰ ਪ੍ਰੋਪਰਟੀ, ਪਹਿਲਾਂ ਤਾਂ 2Z ਕੀ ਹੋਣਾ ਚਾਹੀਦਾ? ਅਬੀਲੀਅਨ ਗਰੁੱਪ। ਦੇਖੋ ਅਬੀਲੀਅਨ ਗਰੁੱਪ ਹੈ। ਕੀ ਕਰੋਗੇ ਸਭ ਤੋਂ ਪਹਿਲਾਂ? ਕਲੋਜ਼ਰ ਪ੍ਰੋਪਰਟੀ, ਦੋ ਐਲੀਮੈਂਟ ਚੱਕੋ ਇਹਦੇ 'ਚੋਂ, ਕਿਹੋ ਜਿਹੇ ਹੋਣਗੇ? 2K1 2K2। ਇਹਨਾਂ ਨੂੰ ਜਦੋਂ ਐਡ ਕਰੋਗੇ ਕੀ ਇਹ ਈਵਨ ਹੀ ਬਣੂਗਾ? ਈਵਨ ਆ ਨਾ ਇਹਦੇ 'ਚ, ਈਵਨ ਸਾਰੇ? ਹਾਂ ਬਣੂਗਾ, 100% ਬਣੂਗਾ। ਜਿਹਦੇ ਵੀ ਮੂਹਰੇ ਐਂਟੀਜ਼ਰ ਦੇ ਮੂਹਰੇ 2 ਲੱਗ ਜੇ ਉਹ ਈਵਨ ਹੀ ਹੁੰਦਾ। ਸੋ ਸਾਰੇ ਇਹਦੇ 'ਚ ਚਲੇ ਗਏ। ਐਸੋਸੀਏਟਿਵ ਪ੍ਰੋਪਰਟੀ,
ਓਬਵੀਅਸਲੀ ਹੋਲਡ ਹੋਊਗੀ, ਕਿਉਂਕਿ ਇਹ ਐਸੋਸੀਏਟਿਵ, ਇਹ ਇੰਟੀਜ਼ਰ ਦਾ ਸਬਸੈਟ ਆ। ਮੈਂ ਗਰੁੱਪ ਥਿਊਰੀ 'ਚ ਬਹੁਤ ਬਰੀਕੀਆਂ ਡਿਸਕਸ ਕੀਤੀਆਂ ਹੋਈਆਂ, ਹੁਣ ਮੈਂ ਨਹੀਂ ਕਰਨੀਆਂ। ਐਸੋਸੀਏਟਿਵ ਪ੍ਰੋਪਰਟੀ ਜੇ ਵੱਡੇ ਸੈੱਟ 'ਚ ਹੁੰਦੀ ਹੈ ਤਾਂ ਛੋਟੇ 'ਚ ਹੋਊਗੀ। ਸੋ ਹੋਲਡਸ ਐਜ਼ ਇਟ ਹੋਲਡਸ ਇਨ ਜ਼ੈਡ ਅੰਡਰ ਐਡੀਸ਼ਨ। ਆਈਡੈਂਟਿਟੀ ਕਿਹੜੀ ਲਾਉਂਗੇ? ਐਡੀਟਿਵ ਆਈਡੈਂਟਿਟੀ ਵੀ ਲਿਖ ਦਿੰਦੇ ਆ ਕਈ ਵਾਰੀ ਇਹਦੇ 'ਚ। ਜ਼ੀਰੋ ਰਾਜੇ, ਜੇ ਕਿਸੇ ਵੀ ਈਵਨ ਨੰਬਰ 'ਚ ਜ਼ੀਰੋ ਜੋੜੋਗੇ ਤਾਂ ਕੋਈ ਇਫੈਕਟ ਪਊਗਾ ਉਹਦੇ 'ਤੇ? ਕੋਈ ਵੀ ਨਹੀਂ। ਅੱਛਾ, ਇਨਵਰਸ 2k ਦਾ ਇਨਵਰਸ ਕੀ ਹੋ ਸਕਦਾ? ਮੇਰੇ ਅਕੋਰਡਿੰਗ ਇੱਥੇ ਲਿਖ ਲਾਂ। ਵੈਸੇ ਇਹ ਮਲਟੀਪਲੀਕੇਸ਼ਨ ਦੀਆਂ ਅੱਡ ਹੁੰਦੀਆਂ। ਮੇਰਾ ਪੇਜ ਨਾ ਥੋੜ੍ਹੇ ਜਿਹੇ ਵੱਡੇ ਆ ਅੱਜ। 2k ਦਾ ਇਨਵਰਸ ਕੀ ਹੋਊਗਾ ਰਾਜੇ? -2k। 2k ਦਾ ਇਨਵਰਸ ਕੀ ਹੋਊਗਾ? -2k। ਜਦੋਂ ਜੋੜੋਗੇ ਕੀ ਆਊਗਾ? 0। ਤੇ ਉਸ ਤੋਂ ਬਾਅਦ ਐਸੋਸੀਏਟਿਵ ਪ੍ਰੋਪਰਟੀ, ਕਮੂਟੇਟਿਵ ਪ੍ਰੋਪਰਟੀ 100% ਹੋਲਡ ਹੋਊਗੀ। ਕਿਉਂ? ਕਿਉਂਕਿ 2k1 2k2 ਇਹਨੂੰ ਅੱਗੇ ਕਰ ਲਓ, ਚਾਹੇ 2k2 ਨੂੰ ਅੱਗੇ ਕਰ ਲਓ, 2k1 ਨੂੰ ਪਿੱਛੇ ਕਰ ਲਓ। ਸੋ ਇਹ ਪੰਜਵੀਂ ਸੀ, ਸੌਰੀ ਇਨਵਰਸ ਵਾਲੀ ਚੌਥੀ ਸੀ, ਇਹ ਪੰਜਵੀਂ ਹੈ। ਸੋ ਇਹਦਾ ਮਤਲਬ 2z ਅੰਡਰ ਐਡੀਸ਼ਨ ਅਬੀਲੀਅਨ ਗਰੁੱਪ ਬਣ ਚੁੱਕਿਆ ਹੈ। ਹੁਣ ਕੀ ਰਹਿ ਗਿਆ? ਹੁਣ ਵਾਰੀ ਆ ਗਈ ਮਲਟੀਪਲੀਕੇਸ਼ਨ ਦੀ। ਤੇ ਇਹ ਦੇਖਣਾ ਕੀ ਬਣਨਾ ਚਾਹੀਦਾ। 2z ਅੰਡਰ ਮਲਟੀਪਲੀਕੇਸ਼ਨ ਸੈਮੀ ਗਰੁੱਪ ਬਣਦਾ। ਇਹ ਦੇਖੋ, ਦੋ ਈਵਨ ਇੰਟੀਜ਼ਰ ਨੂੰ ਪ੍ਰੋਡਕਟ ਕਰੋਗੇ ਤਾਂ ਈਵਨ ਬਣੂਗਾ। ਮੈਂ ਜ਼ਿਆਦਾ ਡਿਟੇਲ ਨਾਲ ਨਹੀਂ ਕਰਨਾ ਰਾਜੇ, ਮੈਨੂੰ ਨਹੀਂ ਲੱਗਦਾ ਇਹ ਫਾਲਤੂ ਜੀ ਡਿਸਕਸ਼ਨ ਬਣ ਜਾਊਗੀ ਫਿਰ ਇੰਨਾ ਡਿਟੇਲ ਨਾਲ। ਸਿੱਧੂ ਆਹ ਐਲੀਮੈਂਟ ਲੈ ਲਓ, ਕਰਨਾ ਆਉਂਦਾ ਤੁਹਾਨੂੰ ਹੁਣ ਮੇਰੇ ਅਕੋਰਡਿੰਗ। ਇਹ ਐਲੀਮੈਂਟਸ ਨੂੰ ਚੱਕਿਆ, ਹਾਂ 100% ਮੂਹਰੇ 4 ਲੱਗ ਜਾਣਾ ਆਪਾਂ ਨੂੰ, ਤਾਂ ਇਕੱਲਾ 2 ਹੀ ਨਹੀਂ ਮਾਣ। ਅਤੇ ਇਹਨੂੰ ਐਂ ਲਿਖ ਸਕਦੇ ਮੈਂ 2k1 k2। ਇਹਦਾ ਨਵਾਂ ਨਾਮ ਦੇ ਲਓ 2m1। ਅਤੇ ਦੇਖੋ ਦੂਆ ਮੂਹਰੇ ਲੱਗਿਆ ਅਤੇ ਫਿਰ ਉਹਦੇ 'ਚ ਜਾਊਗਾ ਹੀ। ਅਤੇ ਠੀਕ ਹੈ। ਅਤੇ ਹੁਣ ਆ ਗਈ ਵਾਰੀ ਐਸੋਸੀਏਟਿਵ ਪ੍ਰੋਪਰਟੀ ਦੀ। ਅੰਡਰ ਮਲਟੀਪਲੀਕੇਸ਼ਨ ਐਸੋਸੀਏਟਿਵ ਪ੍ਰੋਪਰਟੀ 100% ਹੋਲਡ ਹੋਊਗੀ। ਕਿਉਂ? ਕਿਉਂਕਿ ਇਹ ਜ਼ੈਡ 'ਚ ਅੰਡਰ ਮਲਟੀਪਲੀਕੇਸ਼ਨ ਹੋਲਡ ਹੁੰਦੀ ਆ। ਕਿਉਂ? ਕੋਈ ਵੀ ਇੰਟੀਜ਼ਰ ਚੱਕੋ, ਲਿਖ ਲਓ, ਐਂ ਕੀ ਪ੍ਰੋਬਲਮ ਆ ਇਹਦੇ 'ਚ? ਕੋਈ ਪ੍ਰੋਬਲਮ ਨਹੀਂ। ਸੋ ਇਹਦਾ ਮਤਲਬ 2z ਅੰਡਰ ਐਡੀਸ਼ਨ ਅਤੇ ਮਲਟੀਪਲੀਕੇਸ਼ਨ ਕੀ ਬਣ ਗਈ? ਇੱਕ ਰਿੰਗ ਬਣ ਗਈ। ਹੁਣ ਦੇਖੋ ਮੈਂ ਭੁੱਲ ਗਿਆ ਨਾ ਵੀ ਡਿਸਟਰੀਬਿਊਟਿਵ ਲਾਅ ਵੀ ਚੈੱਕ ਕਰਨੇ ਆ, ਪੈ ਗਿਆ ਨਾ ਪੰਗਾ। ਸੋ ਹਜੇ ਰਿੰਗ ਨਹੀਂ ਬਣੀ। ਸੋ ਡਿਸਟਰੀਬਿਊਟਿਵ ਲਾਅ ਚੈੱਕ ਕਰੋ। ਸਾਰੇ ਭੁੱਲ ਜਾਂਦੇ ਇਹਨਾਂ ਨੂੰ ਅਤੇ ਨੰਬਰ ਕਟਾਉਂਦੇ ਆ ਉੱਥੇ। ਕੀ ਆਊਗਾ ਰਾਜੇ? ਇੱਕ ਚੀਜ਼ ਦੇਖੋ, ਜੇ ਮੈਂ ਇੱਥੇ ਇੰਟੀਜ਼ਰ ਲਾ ਲਿਆ ਈਵਨ, ਹੁਣ ਹੈ ਤਾਂ ਉਹ ਰੀਅਲ ਨੰਬਰ ਹੀ ਆ ਨਾ ਰਾਜੇ, ਭਾਵੇਂ ਇੰਟੀਜ਼ਰ ਆ ਭਾਵੇਂ ਨੋਨ ਇੰਟੀਜ਼ਰ ਆ, ਰੀਅਲ ਨੰਬਰ ਹੀ ਚੱਕ ਰਹੇ ਆ ਨਾ ਇਹ ਆਪਾਂ, ਭਾਵੇਂ ਈਵਨ ਆ ਭਾਵੇਂ ਔਡ ਆ। ਅਤੇ ਰੀਅਲ ਨੰਬਰ 'ਚ ਜਦੋਂ ਲਾਅ ਆ ਜਿਹੜਾ ਨਾ, ਇਹ ਕਮੂਟੇਟਿਵ ਲਾਅ ਵਰਗਾ ਹੀ ਹੈ। ਮੈਂ ਤੁਹਾਨੂੰ ਕਿਹਾ ਸੀ ਨਾ, ਉਹ ਲਾਅ ਜਿਨ੍ਹਾਂ 'ਚ ਕੁਛ ਲੱਭ ਕੇ ਨਹੀਂ ਦਿਖਾਉਣਾ, ਜੇ ਉਹ ਵੱਡੇ 'ਚ ਹੋਲਡ ਹੁੰਦੇ ਆ ਤਾਂ ਛੋਟੇ ਸੈੱਟ 'ਚ ਹੋਣਗੇ ਹੀ। ਹੁਣ ਜਦੋਂ ਰੀਅਲ ਨੰਬਰ ਦੇ ਸੈੱਟ 'ਚ ਹੀ ਅੰਡਰ ਮਲਟੀਪਲੀਕੇਸ਼ਨ ਐਂਡ ਐਡੀਸ਼ਨ ਵੱਡਾ ਸੈੱਟ ਆ ਜਿਹੜਾ, ਉਹਦੇ 'ਚ ਹੀ ਇਹ ਲਾਅ ਹੋਲਡ ਹੋਈ ਜਾਂਦਾ। ਅਤੇ ਰੀਅਲ ਨੰਬਰ ਦੇਖੋ, ਰੀਅਲ ਇਹ ਆ, ਫਿਰ ਇਹਦੇ 'ਚ ਇੰਟੀਜ਼ਰ ਆਉਣਗੇ ਅਤੇ ਇੰਟੀਜ਼ਰਾਂ ਦੇ ਵਿੱਚ 2z ਆ, ਇਹ ਤਾਂ ਕਿੱਥੇ ਏਡਾ ਬਹੁਤ ਵੱਡਾ ਪਿਆ। ਅਤੇ ਉਹਦੇ 'ਚ ਹੀ ਜਦੋਂ ਇਹ ਹੋਲਡ ਹੋਈ ਜਾਂਦਾ ਅਤੇ ਇਹਦੇ 'ਚ ਤਾਂ ਹੋਊਗਾ ਹੀ। ਠੀਕ ਹੈ। ਸੋ ਇਹਦੇ 'ਚ ਕੁਛ ਲੱਭ ਕੇ ਨਹੀਂ ਦਿਖਾਉਣਾ, ਇਸ ਕਰਕੇ ਇਹ ਕਮੂਟੇਟਿਵ ਪ੍ਰੋਪਰਟੀ ਅਤੇ ਐਸੋਸੀਏਟਿਵ ਪ੍ਰੋਪਰਟੀ ਵਾਂਗੂ ਡਾਇਰੈਕਟ ਹੋਲਡ ਹੋ ਜਾਂਦਾ ਹੁੰਦਾ। ਠੀਕ ਹੈ। ਹੁਣ ਬਣੀ ਇਹ ਆਪਣੇ ਕੋਲ 2z ਅੰਡਰ ਐਡੀਸ਼ਨ ਅਤੇ ਮਲਟੀਪਲੀਕੇਸ਼ਨ ਇੱਕ ਰਿੰਗ। ਹੁਣ ਮੈਨੂੰ ਦੱਸੋ ਇਹਦੇ 'ਚ ਯੂਨਿਟੀ ਹੈਗੀ ਹੈ? ਕਿਹੜਾ ਐਲੀਮੈਂਟ ਆ ਜਿਹੜਾ 2k ਨਾਲ ਮੈਂ ਪ੍ਰੋਡਕਟ ਕਰਾਂ? ਪ੍ਰੋਡਕਟ ਵੀ ਕਿਹੜੀ ਆ? ਯੂਜ਼ੂਅਲ ਦਿੱਤੀ ਹੋਈ ਆ ਉੱਤੇ ਵੀ ਇਹ ਉਹੀ ਪਹਿਲੀ ਦੂਜੀ ਵਾਲੀ ਪ੍ਰੋਡਕਟ ਆ ਕਿ ਇੱਥੇ 2k ਹੀ ਬਣੇ। ਤੁਸੀਂ ਕਹੋਗੇ ਸਰ 1, ਅਤੇ 1 ਤਾਂ ਇਹਦੇ 'ਚ ਹੈ ਹੀ ਨਹੀਂ। ਦੇਖੋ ਇਸ ਸੈੱਟ ਨੂੰ, ਇਹਦਾ ਮਤਲਬ ਕੀ ਹੋ ਗਈ? 2z ਇਜ਼ ਰਿੰਗ ਵਿਦਾਊਟ ਯੂਨਿਟੀ। ਰਿੰਗ ਵਿਦਾਊਟ ਯੂਨਿਟੀ। ਅੱਛਾ, ਇੱਕ ਚੀਜ਼ ਦੱਸੋ ਮੈਨੂੰ ਹੁਣ ਵੀ ਇਹਦੇ 'ਚ ਇਨਵਰਸ ਵਾਲੀ ਪ੍ਰੋਪਰਟੀ ਦੀ ਗੱਲ ਕਰਨੀ ਚਾਹੀਦੀ ਹੈ ਹੁਣ? ਕੀ ਇਹਦੇ 'ਚ ਯੂਨਿਟਸ ਹੋ ਸਕਦੇ ਆ? 1% ਵੀ ਨਹੀਂ।
ਸੋ ਇਨਵਰਸ ਵਾਲੀ ਪ੍ਰੋਪਰਟੀ ਦੀ ਤਾਂ ਗੱਲ ਹੀ ਨਾ ਕਰੋ। ਇਹਦਾ ਮਤਲਬ ਇਹ ਡਿਵੀਜ਼ਨ ਰਿੰਗ ਨਹੀਂ ਬਣ ਸਕਦੀ, ਕਿਉਂਕਿ ਡਿਵੀਜ਼ਨ ਰਿੰਗ ਹੋਣ ਵਾਸਤੇ ਇਨਵਰਸ ਵਾਲੀ ਪ੍ਰੋਪਰਟੀ ਹੋਲਡ ਹੋਣੀ ਜ਼ਰੂਰੀ ਹੈ। ਉਸ ਤੋਂ ਬਾਅਦ ਇਹ ਇੱਕ ਫੀਲਡ ਨਹੀਂ ਬਣ ਸਕਦੀ, ਕਿਉਂਕਿ ਫੀਲਡ ਹੋਣ ਵਾਸਤੇ ਵੀ ਸਾਰੀਆਂ ਪ੍ਰੋਪਰਟੀਆਂ 12 ਦੀਆਂ 12 ਹੋਲਡ ਹੋਣੀਆਂ ਜ਼ਰੂਰੀ ਹੈ। ਇਹਦੇ 'ਚ ਨਹੀਂ ਹੋ ਰਹੀਆਂ 12 ਦੀਆਂ 12, ਯੂਨਿਟੀ ਵਾਲੀ ਤੇ ਇਨਵਰਸ ਵਾਲੀ ਨਹੀਂ ਹੋਲਡ ਹੋ ਰਹੀ। ਅੱਛਾ, ਕਮੂਟੇਟਿਵ ਹੋ ਸਕਦੀ ਹੈ ਇਹ? ਹਾਂ, ਹੋ ਸਕਦੀ ਹੈ। 2 ਐਲੀਮੈਂਟ ਲਓ ਕੋਈ ਵੀ ਈਵਨ, ਮੈਂ ਐਂ ਲਿਖ ਸਕਦਾ, ਕੀ ਪ੍ਰੋਬਲਮ ਹੈ ਇਹਦੇ 'ਚ? ਕੋਈ ਪ੍ਰੋਬਲਮ ਨਹੀਂ। ਲਿਖੋ ਇੱਥੇ 2 ਨੂੰ 4 ਨਾਲ ਪ੍ਰੋਡਕਟ ਕਰੀਏ ਕਿ 4 ਨੂੰ 2 ਨਾਲ, ਕੀ ਫਰਕ ਪੈਂਦਾ? ਸੋ ਇਹਦਾ ਮਤਲਬ ਕਮੂਟੇਟਿਵ ਹੈ ਇਹ, ਤਾਂ ਕੋਈ ਗੱਲ ਨਹੀਂ। ਇਹਨੂੰ ਮੈਂ ਐਂ ਲਿਖ ਦੂੰਗਾ ਫਿਰ, ਕਮੂਟੇਟਿਵ ਰਿੰਗ ਵਿਦਾਊਟ ਯੂਨਿਟੀ। ਕਲੀਅਰ ਹੋਇਆ? ਇਹ ਕੰਸੈਪਟ ਆ ਰਿੰਗ ਥਿਊਰੀ ਦਾ। ਹੁਣ 2 ਰਿੰਗ ਦੀਆਂ ਥਿਊਰਮਾਂ ਪ੍ਰੂਵ ਕਰਨ ਲੱਗਾ ਮੈਂ। ਮੇਨ ਕੰਮ ਉਹੀ ਆ, ਕਿਸੇ ਨੇ ਤੁਹਾਨੂੰ ਨਹੀਂ ਪੁੱਛਣਾ ਬਈ ਜਿਹੜਾ ਹੈਗਾ ਆ ਰਿੰਗ ਸ਼ੋਅ ਕਰ ਦਿਓ, ਉਹ ਰਿੰਗ ਸ਼ੋਅ ਕਰ ਦਿਓ। ਜਿਵੇਂ ਗਰੁੱਪ 'ਚ ਅਲਜਬਰੇ 'ਚ ਸ਼ੋਅ ਦੈਟ ਦਿਸ ਇਜ਼ ਅ ਗਰੁੱਪ, ਇੱਕ ਅੱਧਾ ਕੁਐਸਚਨ ਭਾਵੇਂ ਆ ਜੇ ਪਰ ਸਾਰੇ ਨਹੀਂ। ਰਾਜੇ ਆ ਪ੍ਰੋਪਰਟੀਆਂ ਮੈਂ ਤੁਹਾਨੂੰ ਇੱਕ ਨਾ ਉਹ ਭੇਜੂੰਗਾ YouTube ਤੋਂ ਲੈਕਚਰ ਲੱਭ ਕੇ, ਡੈਫੀਨੇਸ਼ਨ ਤੁਸੀਂ ਦੇਖਣੀ ਦੇਖ ਲਿਓ, ਨਹੀਂ ਦੇਖਣੀ ਨਾ ਦੇਖਿਓ। ਇਹ ਪ੍ਰੋਪਰਟੀਆਂ ਮੈਂ YouTube ਤੋਂ ਵੀਡੀਓ ਮੇਰੀ ਲੱਭੀ ਹੋਈ ਆ, ਉਹਦੇ 'ਚ ਭੇਜੂੰਗਾ ਤੁਹਾਨੂੰ। ਇਹ ਮੈਂ ਨਹੀਂ ਕਰਵਾਉਣੀਆਂ, ਠੀਕ ਆ? ਜਿਹੜਾ ਕੰਮ ਮੈਨੂੰ YouTube ਤੋਂ ਆਸਾਨੀ ਨਾਲ ਮਿਲ ਰਿਹਾ ਉਹ ਮੈਂ ਨਹੀਂ ਕਰਵਾਉਣਾ। 5.1.10 ਥਿਓਰਮ, ਇਹ ਪੁਰਾਣੀ ਕਿਤਾਬ 'ਤੇ ਆ, ਤੁਹਾਡੀ ਕਿਤਾਬ 'ਚ ਲੱਭਣੀ ਪੈਣੀ ਹੈ ਇਹ, ਅਤੇ ਮੈਂ ਇਹਦਾ ਪ੍ਰੂਫ ਕਰਨ ਲੱਗਾ। ਪ੍ਰੂਫ ਦੇਖੋ, ਥਿਓਰਮ ਬੁੱਕ 'ਚੋਂ ਲੱਭ ਲਿਓ। ਲੈਟ ਇਸ ਆਰ ਬੀ ਏ ਬੂਲੀਅਨ ਰਿੰਗ। ਇਹ ਬਹੁਤ ਵਧੀਆ ਰਿੰਗ ਆ, ਬੂਲੀਅਨ ਰਿੰਗ ਬਹੁਤ ਜੱਬ ਪਾਉਣ ਵਾਲੀ ਰਿੰਗ ਹੈ ਇਹ। ਵੈਸੇ ਬੂਲੀਅਨ ਰਿੰਗ ਦੀ ਡੈਫੀਨੇਸ਼ਨ ਤੁਹਾਨੂੰ ਮੈਂ ਦੱਸ ਦਿੰਦਾ। ਇਹਦੇ 'ਚ ਹਰੇਕ ਐਲੀਮੈਂਟ ਦਾ ਇਹ ਜਿਹੜਾ ਐਕਸ ਸਕੇਅਰ ਲਿਖਿਆ ਨਾ, ਇਹ ਏ ਡਾਟ ਬੀ ਹੈ। ਬੀ ਦੀ ਜਗ੍ਹਾ 'ਤੇ ਜੇ ਏ ਲਿਖੋਗੇ ਕੀ ਬਣ ਜਾਊਗਾ? ਏ ਡਾਟ ਏ, ਤਾਂ ਉਹਨੂੰ ਆਪਾਂ ਏ ਸਕੇਅਰ ਲਿਖਦੇ ਹਾਂ, ਯਾਨੀ ਕਿ ਇਹ ਮਲਟੀਪਲੀਕੇਸ਼ਨ ਨਾਲ ਕਨੈਕਟਡ ਆ, ਐਡੀਸ਼ਨ ਨਾਲ ਨਹੀਂ। ਐਕਸ ਸਕੇਅਰ ਆ ਜਿਹੜਾ ਐਕਸ ਦੇ ਬਰਾਬਰ ਹੋ ਜਾਂਦਾ ਹਰੇਕ ਐਲੀਮੈਂਟ ਵਾਸਤੇ ਆਰ ਦੇ। ਇਹ ਬਹੁਤ ਪੰਗੇ ਵਾਲੀ ਰਿੰਗ ਆ, ਬੂਲੀਅਨ ਰਿੰਗ ਕਹਿ ਦਿੰਦੇ ਆ। ਇਹ ਕਹਿੰਦਾ ਇਸ ਰਿੰਗ ਵਾਸਤੇ ਪ੍ਰੂਵ ਕਰੋ ਪਹਿਲੀ ਚੀਜ਼ ਕਿ 2x = 0 ਆ। ਦੂਸਰੀ ਚੀਜ਼ xy = yx ਆ ਫॉर xy ਬਿਲੋਂਗਸ ਟੂ r। ਰਾਜੇ ਇਹ ਪ੍ਰੋਪਰਟੀ ਦੇਖੀ ਨਹੀਂ ਲੱਗਦੀ? ਇਹਨੂੰ ਮੈਂ ਚੇਂਜ ਕਰਕੇ ਸੈਕੰਡ ਪ੍ਰੋਪਰਟੀ ਨੂੰ ਆਏ ਨਹੀਂ ਲਿਖ ਸਕਦਾ, r ਇਜ਼ ਕਮੂਟੇਟਿਵ, ਠੀਕ ਆ? ਜਾਣੀ ਕਿ ਬੂਲੀਅਨ ਰਿੰਗ ਆ, ਜਾਂ ਕਹਿ ਲਓ ਕਿ ਜਿਹਦੇ ਵੀ ਰਿੰਗ 'ਚ ਇਹ ਜਿਹੀ ਪ੍ਰੋਪਰਟੀ ਹੋਲਡ ਹੁੰਦੀ ਆ ਉਹ ਕਮੂਟੇਟਿਵ ਤਾਂ ਹੁੰਦੀ ਹੋਈ ਆ। ਸੋ ਹੁਣ ਇਹਦਾ ਪ੍ਰੂਫ ਕਰੀਏ। ਕਈ ਵਾਰੀ ਨਾ ਆਹ ਜਿਹੜੀ ਪ੍ਰੋਪਰਟੀ ਹੈ ਇਹਨੂੰ ਇਹ ਬਦਲ ਕੇ ਐਂ ਲਿਖ ਦਿੰਦੇ ਆ 1 ਨੂੰ ਹੀ, x + x = 0। ਬੱਚੇ ਡਰ ਜਾਂਦੇ ਆ। ਲੈ ਹੁਣ ਮੈਨੂੰ ਤਾਂ ਲੱਗਦਾ ਨਹੀਂ ਇਹਦੇ 'ਚ ਕੋਈ ਡਰਨ ਵਾਲੀ ਵੀ x + x 2x ਹੁੰਦਾ, ਇਹ ਤਾਂ ਦੂਜੀ ਵਾਲੇ ਜਵਾਕ ਨੂੰ ਪਤਾ, ਠੀਕ ਹੈ? ਸੋ ਇਹ ਚੀਜ਼ ਧਿਆਨ ਨਾਲ ਰੱਖਿਓ। ਸੋ ਆਪਾਂ ਕੀ ਕਰਨਾ, ਲੈਟ x ਬਿਲੋਂਗਸ ਟੂ r। ਇਹਦਾ ਮਤਲਬ ਕੀ ਹੈ ਕਿ ਇਹਦਾ ਐਡੀਟਿਵ ਇਨਵਰਸ ਕੀ ਹੁੰਦਾ? -x ਬਿਲੋਂਗਸ ਟੂ r। ਹੁਣ ਤੁਸੀਂ ਕਹੋਗੇ ਕਿ ਸਰ ਆਏਂ ਕਿਵੇਂ ਤੁਸੀਂ ਲਿਖਤਾ -x? ਤੁਸੀਂ ਆਪ ਹੀ ਤਾਂ ਕਹਿੰਦੇ ਸੀ ਵੀ ਇਹ ਕੁਛ ਵੀ ਹੋ ਸਕਦਾ। ਹਾਂ, ਹੋ ਸਕਦਾ। x ਜੇ 5 ਹੋਇਆ ਤਾਂ ਹੋ ਸਕਦਾ -x 1/5 ਹੋਵੇ। ਰਾਜੇ ਨੋਟੇਸ਼ਨ ਆ, ਸਿਰਫ ਨਾਮ ਆ। ਜੇ ਇਹ ਐਡੀਸ਼ਨ ਆ, ਇਹ ਯੂਜ਼ਲ ਮਲਟੀਪਲੀਕੇਸ਼ਨ ਦੇ ਬਰਾਬਰ ਹੋਈ ਤਾਂ 5 ਦਾ ਇਨਵਰਸ 1/5 ਆਊਗਾ। ਆਪਾਂ 5 ਨੂੰ x ਲਿਖਾਂਗੇ, 1/5 ਨੂੰ -x ਲਿਖਾਂਗੇ, ਪਰ ਇਹ ਹੁੰਦਾ, ਠੀਕ ਆ? ਆਪਾਂ ਨੂੰ ਉਹਦੇ ਨਾਲ ਮਤਲਬ ਆ ਸਰ। ਤੁਸੀਂ ਉਵੇਂ ਹੀ ਚੱਲਣਾ ਜਿਵੇਂ ਤੁਸੀਂ ਯੂਜ਼ਲ ਐਡੀਸ਼ਨ ਨਾਲ ਚੱਲਦੇ ਆ, ਪਰ ਇਹ ਹੈ ਨਹੀਂ ਅਸਲ 'ਚ ਯੂਜ਼ਲ ਐਡੀਸ਼ਨ। ਚੱਲਣਾ ਤਾਂ ਚੱਲ ਲਓ, x ਦਾ -x ਲਿਖਤਾ, ਪਰ ਅਸਲ 'ਚ ਕੁਛ ਵੀ ਹੋ ਸਕਦੀ ਹੈ। ਹੁਣ ਦੇਖੋ ਬੂਲੀਅਨ ਰਿੰਗ ਕੀ ਕਹਿੰਦੀ ਹੈ। ਬੂਲੀਅਨ ਰਿੰਗ ਤਾਂ ਇਹ ਕਹਿੰਦੀ ਆ ਵੀ x ਸਕੇਅਰ ਦਾ ਜਦੋਂ ਕਰੋਗੇ ਉਹਨੇ x ਦੇ ਬਰਾਬਰ ਆ ਜਾਣਾ, ਹੈ ਨਾ? ਅਤੇ ਇਹ ਕਹਿੰਦੇ x ਨੂੰ x ਸਕੇਅਰ, ਅਤੇ x ਸਕੇਅਰ ਨੂੰ ਮੈਂ ਐਂ ਨਹੀਂ ਲਿਖ ਸਕਦਾ -x ਦਾ ਹੋਲ ਸਕੇਅਰ। ਇਹ ਪ੍ਰੋਪਰਟੀਆਂ 'ਚ ਦੇਖ ਲਿਓ, ਪ੍ਰੋਪਰਟੀਆਂ ਜਿਹੜੀਆਂ ਮੈਂ ਭੇਜੂੰਗਾ ਨਾ ਉਹਦੇ 'ਚ ਪ੍ਰੂਵ ਕਰ ਦਿੰਦੇ ਆ ਇਹ ਵੀ -x ਨੂੰ 2 ਵਾਰ ਜਦੋਂ ਤੁਸੀਂ ਪ੍ਰੋਡਕਟ ਕਰਦੇ ਹੋ, ਵੈਸੇ ਤਾਂ ਦੇਖਿਆ ਜਾਵੇ ਇਹ ਕੀ ਹੈ? ਇਨਵਰਸ ਆਫ x, ਮਲਟੀਪਲੀਕੇਸ਼ਨ ਦੀ ਕੰਪੋਜੀਸ਼ਨ ਇਨਵਰਸ ਆਫ x, ਹੈ ਨਾ? ਅਤੇ ਕਿਹਦੇ ਬਰਾਬਰ ਆ ਜਾਂਦਾ? x ਅਤੇ x।
x ਡਾਟ x, ਜਾਣੀ ਕਿ ਇਨਵਰਸ ਆਫ x ਦੀ ਪ੍ਰੋਡਕਟ x ਦੀ ਪ੍ਰੋਡਕਟ ਦੇ ਬਰਾਬਰ ਹੁੰਦੀ ਹੈ। ਸੋ ਇਹ ਦੇਖਿਓ ਗੌਰ ਨਾਲ, ਇਹ ਜੇ ਦੇਖੋ ਤਾਂ ਇਹ x ਆ, ਤੇ ਇਹ ਦੇਖੋ ਇਨਵਰਸ ਆਫ x ਤੇ ਇਨਵਰਸ ਆਫ x ਦੀ ਪ੍ਰੋਡਕਟ ਆ। ਤੁਸੀਂ ਜੇ ਰੀਅਲ ਐਨਾਲਿਸਿਸ ਜਾਣਾ, ਤੁਸੀਂ ਕਹੋਗੇ ਸਾਰੇ ਇਹਦੇ 'ਤੇ ਕਿਉਂ ਖਪੀ ਜਾਂਦੇ ਹੋ, ਸਾਨੂੰ ਪਤਾ ਵੀ ਕੋਈ ਵੀ ਨੈਗੇਟਿਵ ਮੂਹਰੇ ਲੱਗੀ ਹੋਵੇ ਪਾਵਰ 2 ਕਰਾਂਗੇ ਪੋਜ਼ੀਟਿਵ ਹੋ ਜਾਣੀ ਆ, ਪਰ ਫਿਰ ਬੇਵਕੂਫੀ ਤੁਸੀਂ ਕਰ ਰਹੇ ਹੋ, ਮੈਂ ਨਹੀਂ, ਕਿਉਂਕਿ ਇਹ ਨੈਗੇਟਿਵ ਨਹੀਂ ਗੀ। ਚਲੋ ਫਿਲਹਾਲ ਮੈਂ ਤੁਹਾਨੂੰ ਇਹ ਸਲਾਹ ਦਿੰਦਾ, ਜਿਵੇਂ ਆਪਣੀ ਤਾਂ ਘਰ ਦੀ ਗੱਲ ਹੀ ਹੈ ਹੈ ਨਾ, ਕਿ ਇਹਨੂੰ ਨੈਗੇਟਿਵ ਵਾਂਗੂ ਟਰੀਟ ਕਰ ਦਿਓ, ਸਾਰਾ ਸਹੀ ਹੋਊਗੀ, ਹਰੇਕ ਥਿਊਰਮ ਸਹੀ ਹੋਊਗੀ, ਇੰਨਾ ਸੋਚਣ ਦੀ ਲੋੜ ਨਹੀਂ। ਇਹ ਸਿਰਫ ਮੇਰਾ ਦੱਸਣਾ ਫਰਜ਼ ਸੀ ਤੁਹਾਡਾ ਵੀ ਇਹ ਨੈਗੇਟਿਵ ਨਹੀਂ ਗੀ, ਪਰ ਇਹਦੇ 'ਚ ਕੰਮ ਉਵੇਂ ਹੀ ਕਰ ਦਿਓ, ਇਹਨੂੰ ਐਡੀਸ਼ਨ ਮੰਨ ਕੇ, ਯੂਜ਼ੁਅਲ ਐਡੀਸ਼ਨ ਮੰਨ ਕੇ, ਇਹਨੂੰ ਮਲਟੀਪਲੀਕੇਸ਼ਨ ਮੰਨ ਕੇ ਕੰਮ ਕਰ ਲਓ, ਕੋਈ ਪ੍ਰੋਬਲਮ ਨਹੀਂ, ਕੋਈ ਥਿਊਰਮ ਗਲਤ ਨਹੀਂ ਹੋਣੀ, ਨੰਬਰ ਵੀ ਪੂਰੇ ਲੱਗ ਜਾਣਗੇ। ਪਰ ਇੰਟਰਵਿਊ 'ਚ ਜਦੋਂ ਤੁਸੀਂ ਗਏ ਤੁਹਾਨੂੰ ਫਰਕ ਇਹ ਪਤਾ ਹੋਣਾ ਚਾਹੀਦਾ ਬਈ ਇਹ ਉਹ ਨਹੀਂ ਗੀ ਜਿਹੜੀ ਤੁਸੀਂ ਸੋਚਦੇ ਹੋ, ਪਰ ਕੀ ਫਰਕ ਪੈਂਦਾ, ਆਪਾਂ ਤਾਂ ਨੰਬਰ ਹੀ ਲੈਣੇ ਆ। ਸੋ ਕਰ ਲਓ, ਇਹ ਤੁਹਾਨੂੰ ਪਤਾ ਹੈ ਕਿ ਆਪਣੇ ਕੋਲੇ ਕੀ ਹੈ ਦਿੱਤਾ ਹੋਇਆ x ਸਕੇਅਰ ਇਜ਼ ਇਕੁਅਲ ਟੂ x। ਸੋ ਮੈਂ ਇੱਧਰੋਂ ਚੱਲ ਪਿਆ x ਕਿਹਦੇ ਬਰਾਬਰ ਹੈ, x ਸਕੇਅਰ ਦੇ। ਦੁਬਾਰਾ ਕਰਦਾ ਯਾਰ ਮੈਂ, ਥੋੜ੍ਹਾ ਜਿਹਾ ਆਪਣਾ ਜ਼ਿਆਦਾ ਹੋ ਗਿਆ ਨਾ। ਥਿਊਰਮ ਆਰ ਵੀ ਆ ਬੂਲੀਅਨ ਰਿੰਗ। ਹੁਣ ਮੈਂ ਇਹਦੀ ਡੈਫੀਨੇਸ਼ਨ ਤੁਹਾਨੂੰ ਨਹੀਂ ਦੱਸੂਗਾ। ਬੂਲੀਅਨ ਰਿੰਗ ਪ੍ਰੂਵ ਕੀ ਕਰਨਾ, ਪਹਿਲੀ 2x ਇਜ਼ ਇਕੁਅਲ ਟੂ 0, ਹਰੇਕ ਐਲੀਮੈਂਟ ਨਾਲ 2 ਨਾਲ ਪ੍ਰੋਡਕਟ ਕਰੇ ਤੇ ਨਾ ਇਹ 'ਚ 0 ਬਣ ਜਾਂਦਾ, ਅਤੇ xy ਇਜ਼ ਇਕੁਅਲ ਟੂ yx ਹੋ ਜਾਂਦਾ ਫॉर ਈਚ xy ਬਿਲੋਂਗਸ ਟੂ R। ਪ੍ਰੂਫ ਸਭ ਤੋਂ ਪਹਿਲਾਂ ਇਹ ਚੀਜ਼ ਪ੍ਰੂਵ ਕਰਨੀ ਆ, ਬੂਲੀਅਨ ਰਿੰਗ ਦੀ ਪ੍ਰੋਪਰਟੀ ਹੁੰਦੀ ਹੈ ਕਿ x ਜੇ R 'ਚੋਂ ਤੁਸੀਂ ਚੱਕ ਲਿਆ, ਪਹਿਲਾਂ ਤਾਂ -x R 'ਚ ਹੀ ਲੱਭੂਗਾ। x ਸਕੇਅਰ ਆ ਜਿਹੜੀ ਬੂਲੀਅਨ ਰਿੰਗ 'ਚ, ਇਹ ਪ੍ਰੋਪਰਟੀ ਹੁੰਦੀ ਹੈ ਕਿ x ਸਕੇਅਰ ਇਜ਼ ਇਕੁਅਲ ਟੂ x ਹੁੰਦਾ। ਹੁਣ ਇਸੇ x ਨੂੰ ਆਪਾਂ ਐਂ ਲਿਖ ਸਕਦੇ ਹਾਂ x ਇਜ਼ ਇਕੁਅਲ ਟੂ x ਸਕੇਅਰ, ਅਤੇ x ਸਕੇਅਰ ਦੀ ਜਗ੍ਹਾ 'ਤੇ ਮੈਂ -x ਦਾ ਸਕੇਅਰ ਲਿਖ ਦੇਣਾ, ਕੋਈ ਪ੍ਰੋਬਲਮ ਤਾਂ ਹੈ ਹੀ ਨਹੀਂ, ਹੈ ਨਾ। ਅਤੇ -x ਦਾ ਸਕੇਅਰ, ਇੱਕ ਚੀਜ਼ ਦੇਖੋ ਰਾਜੇ, ਕੋਈ ਵੀ ਐਲੀਮੈਂਟ ਜਿਹੜਾ ਬੂਲੀਅਨ ਰਿੰਗ 'ਚੋਂ ਤੁਸੀਂ ਚੱਕਦੇ ਹੋ, ਉਹਦਾ ਜੇ ਤੁਸੀਂ ਸਕੇਅਰ ਕਰੋਗੇ ਨਾ, ਕੋਈ ਵੀ ਐਲੀਮੈਂਟ ਜੇ t ਚੱਕ ਲਿਆ, t ਸਕੇਅਰ ਕਰੋਗੇ ਉਹ t ਦੇ ਬਰਾਬਰ ਆ ਜਾਊਗਾ, ਅਤੇ ਉਸ ਹਿਸਾਬ ਨਾਲ -x ਵੀ ਤਾਂ ਐਲੀਮੈਂਟ ਇਹਦਾ ਹੀ ਹੈ, ਅਤੇ -x ਦਾ ਜਦੋਂ ਸਕੇਅਰ ਕਰੋਗੇ ਕੀ ਆਊਗਾ, -x। ਸੋ ਇੱਧਰ ਕੀ ਬਣ ਜਾਊਗਾ ਫਿਰ ਇਹ -x। ਦੇਖੋ ਤੁਰੇ ਕਿੱਥੋਂ ਸੀ, x ਤੋਂ, ਪਹੁੰਚ ਕਿੱਥੇ ਗਏ, -x 'ਤੇ। ਹੁਣ ਇਹਨੂੰ ਇੱਧਰ ਲੈ ਆਓ, x ਪਲੱਸ x ਕੀ ਬਣ ਗਿਆ, 0। ਕਈ ਇੱਥੋਂ ਤੱਕ ਹੀ ਪੂਰਾ ਹੋ ਜਾਂਦਾ ਕੁਐਸਚਨ, ਪਰ ਆਪਣੇ ਕੀ ਹੈ, ਇਸੇ ਨੇ 2x ਲਿਖਿਆ ਹੋਇਆ, ਸੋ 2x ਇਜ਼ ਇਕੁਅਲ ਟੂ 0, ਹੈਂਸ ਪ੍ਰੂਵਡ। ਸੈਕਿੰਡ ਪਾਰਟ ਦੇਖੋ, ਸੈਕਿੰਡ ਪਾਰਟ 'ਚ ਕੀ ਕਰਨਾ ਆਪਾਂ, xy ਇਜ਼ ਇਕੁਅਲ ਟੂ yx ਸ਼ੋ ਕਰਨਾ ਫॉर ਈਚ xy ਬਿਲੋਂਗਸ ਟੂ R। ਰਾਜੇ ਜਿਹੜੇ ਸਾਰੇ xy ਵਾਲੇ ਰਿਲੇਸ਼ਨ ਵਾਲੇ ਕੁਐਸਚਨ ਆ ਨਾ, ਇਹ ਮੋਸਟ ਇੰਪੋਰਟੈਂਟ ਆ ਰਿੰਗ ਥਿਊਰੀ 'ਚ। x ਤੇ y ਦੋ ਐਲੀਮੈਂਟ ਚੱਕ ਲਏ, x ਪਲੱਸ y ਮੈਨੂੰ ਦੱਸੋ ਕਿਹਦਾ ਐਲੀਮੈਂਟ ਹੋਊਗਾ। ਯਾਰਾ ਮੈਂ ਡਬਲ ਰੀਅਲ ਵਾਲਾ ਪਾ ਦਿੰਦਾ ਗਲਤੀ ਨਾਲ, ਪਰ ਇਹ ਰੀਅਲ ਨੰਬਰ ਦਾ ਸੈੱਟ ਨਹੀਂ ਗਾ, ਥੋੜ੍ਹਾ ਜਿਹਾ ਇਹਨੂੰ ਸਮਝ ਕੇ ਚੱਲਿਓ, ਠੀਕ ਆ। ਇਹ ਐਲੀਮੈਂਟ ਕਿਹਦਾ ਬਣ ਗਿਆ, ਰਿੰਗ ਦਾ ਬਣੂਗਾ, ਅਤੇ ਰਿੰਗ ਤਾਂ ਐਸੀ ਹੈ ਕਿ ਇਹਦੇ ਉੱਪਰ ਸਕੇਅਰ ਕਰੀਏ ਤਾਂ ਕੋਈ ਅਸਰ ਹੀ ਨਹੀਂ ਹੁੰਦਾ ਇਹਦੇ 'ਤੇ, ਠੀਕ ਹੈ ਨਾ ਗੱਲ। ਅਤੇ ਇਹਨੂੰ ਮੈਂ ਖੋਲ੍ਹ ਸਕਦਾ, ਫਿਰ ਅਗਲੇ ਪੇਜ 'ਤੇ ਚੱਲਦੇ ਹਾਂ। ਐਂ ਕੀਤਾ ਇਹਨਾਂ ਨੇ, ਇੱਥੋਂ ਲੱਗ ਜਾਈਏ, ਇੱਥੋਂ ਹੀ ਲਿਖ ਦਿੰਦੇ x ਪਲੱਸ y ਹੈ ਜਿਹੜਾ, ਇਹ ਕਿਹਦੇ ਬਰਾਬਰ ਆ, x ਪਲੱਸ y ਦਾ ਸਕੇਅਰ। ਹੁਣ ਬੱਚੇ ਪਤਾ ਕੀ ਕਰਦੇ ਆ, ਇਹਨੂੰ ਖੋਲ੍ਹ ਦੇਣਗੇ 10ਵੀਂ ਵਾਲਾ ਫਾਰਮੂਲਾ ਲਾ ਕੇ, x ਸਕੇਅਰ ਪਲੱਸ y ਸਕੇਅਰ, ਪਰ ਇਹਨੂੰ ਉਵੇਂ ਨਹੀਂ ਖੋਲ੍ਹਣਾ, ਇਹ ਗਲਤੀ ਕਦੇ ਵੀ ਨਾ ਕਰ ਲਿਓ। ਤਾਂ ਹੀ ਤਾਂ ਮੈਂ ਪਿੱਟ ਕੇ ਕਹਿ ਰਿਹਾ ਵੀ ਇਹ ਉਹ ਐਡੀਸ਼ਨ ਅਤੇ ਮਲਟੀਪਲੀਕੇਸ਼ਨ ਨਹੀਂ ਗੀ ਜਿਹੜੀ ਤੁਸੀਂ 10ਵੀਂ ਵਾਲੀ ਸੋਚ ਰਹੇ ਹੋ। ਇਹਨੂੰ ਪ੍ਰੋਡਕਟ ਕਰੋ, ਇਹਦੇ ਨਾਲ ਕੀ ਆਊਗਾ x ਸਕੇਅਰ, ਇਹਨੂੰ ਇਹਦੇ ਨਾਲ ਕੀ ਆਊਗਾ xy, ਇਹਨੂੰ ਇਹਦੇ ਨਾਲ yx, ਇਹਨੂੰ ਇਹਦੇ ਨਾਲ y ਸਕੇਅਰ। ਤਾਂ ਹੁਣ ਤੁਸੀਂ ਕਹੋਗੇ ਸਰ xy ਅਤੇ yx 'ਚ ਕੀ ਫਰਕ ਆ, ਇਹ ਤਾਂ ਦੋਵੇਂ ਬਰਾਬਰ ਹੀ ਹੁੰਦੇ ਆ। ਅਤੇ ਰਾਜੇ ਜੇ ਇਹ ਬਰਾਬਰ ਹੀ ਹੁੰਦੇ ਆ ਤਾਂ ਆਪਾਂ ਪ੍ਰੂਵ ਕੀ ਕਰ ਰਹੇ ਹਾਂ, ਪ੍ਰੂਵ ਕੀ ਕਰ ਰਹੇ ਹਾਂ ਫਿਰ, ਜੇ ਇਹ ਹਮੇਸ਼ਾ ਬਰਾਬਰ ਹੀ ਹੁੰਦੇ ਆ। ਜੇ ਇਹ ਬਰਾਬਰ ਹੋਣ ਤਾਂ ਮੈਂ ਕੀ ਕਰਨਾ ਸੀ, ਇੱਥੇ x ਸਕੇਅਰ ਲਿਖ ਲੈਣਾ ਸੀ, ਇੱਥੇ xy ਲਿਖ ਲੈਣਾ ਸੀ, ਇਹਦੀ ਜਗ੍ਹਾ 'ਤੇ ਫਿਰ xy ਲਿਖ ਦੇਣਾ ਸੀ, ਫਿਰ ਆ ਜਾਣਾ ਸੀ ਇੱਥੇ y ਸਕੇਅਰ। ਤਾਂ ਜਾ ਕੇ 10ਵੀਂ ਵਾਲਾ ਫਾਰਮੂਲਾ ਉਹ ਐਂ ਬਣਿਆ ਹੋਇਆ, ਇਹਦੀ ਜਗ੍ਹਾ 'ਤੇ ਅਗਲੇ ਸਟੈਪ 'ਚ 2xy ਬਣ ਜਾਂਦਾ ਅਤੇ ਇਹ y ਸਕੇਅਰ ਬਣ ਜਾਂਦਾ, ਤਾਂ ਜਾ ਕੇ x ਸਕੇਅਰ y ਸਕੇਅਰ 2xy ਬਣਦਾ। ਊਂ ਨਹੀਂ ਹੁੰਦਾ, ਇਹ ਕਦੇ ਵੀ ਨਹੀਂ ਹੁੰਦਾ। x ਸਕੇਅਰ ਕਿਹਦੇ ਬਰਾਬਰ ਆ, x ਦੇ, xy ਪਿਆ, yx ਪਿਆ, y ਸਕੇਅਰ ਕਿਹਦੇ ਬਰਾਬਰ ਆ, y ਦੇ। ਬੂਲੀਅਨ ਰਿੰਗ 'ਚ ਆਪਾਂ ਹੁਣ ਇੱਕ ਚੀਜ਼ ਦੇਖੋ ਕਿ ਆਪਣੇ ਕੋਲ x ਪਲੱਸ y ਪਿਆ, ਇੱਧਰ x ਪਲੱਸ xy ਪਲੱਸ yx ਪਲੱਸ y ਨਾਲ ਕੱਟਿਆ ਗਿਆ, x ਨਾਲ ਕੱਟਿਆ ਗਿਆ, ਹੈ ਨਾ। ਬਚਿਆ ਕੀ, ਇੱਧਰ 0। ਕਿਉਂ ਕੱਟਿਆ, ਕਿਵੇਂ ਆ, ਐਡੀਸ਼ਨ ਨਾਲ ਕੱਟਿਆ ਹੋਇਆ, ਇਹ ਐਡੀਸ਼ਨ ਲੱਗੀ ਹੋਈ ਹੈ ਨਾ ਸਾਰਿਆਂ 'ਚ, ਸੋ ਇੱਥੇ 0 ਆਊਗਾ। ਇੱਧਰ ਆ ਗਿਆ xy
ਪਲੱਸ ਵਾਈ ਐਕਸ, ਅਤੇ ਇਹਨੂੰ ਉੱਧਰ ਲੈ ਜਾਓ ਇੱਕ ਨੂੰ, ਐਕਸ ਵਾਈ ਮਾਈਨਸ ਵਾਈ ਐਕਸ, ਇਹਨੂੰ 1 ਲਿਖ ਲਿਆ। ਹੁਣ ਦੇਖੋ ਐਕਸ ਵਾਈ ਦੀ ਪ੍ਰੋਡਕਟ ਕਿਹਦਾ ਐਲੀਮੈਂਟ ਆ, ਰਿੰਗ ਦਾ ਹੀ ਬਣੂਗਾ, ਕਿਉਂਕਿ ਐਕਸ ਤੇ ਵਾਈ ਰਿੰਗ ਦਾ ਐਲੀਮੈਂਟ ਆ। ਜੇ ਇਹਦੇ ਮੂਹਰੇ ਮੈਂ ਦੂਆ ਲਾ ਦਾਂ ਕੀ ਬਣ ਜੂਗਾ, ਇਹ 0। ਇਹ 0 ਨਹੀਂ ਗਾ, ਇਹ ਐਡੀਟਿਵ ਆਈਡੈਂਟਿਟੀ ਆ, ਪਰ ਇਹਨੂੰ ਤੁਸੀਂ 0 ਦੀ ਤਰ੍ਹਾਂ ਟਰੀਟ ਕਰਨਾ। ਸਮਝ ਲੱਗਦੀ? ਵੈਸੇ ਥੋੜ੍ਹੀ ਦੂਆ ਇਹਨਾਂ ਪ੍ਰੋਡਕਟ ਕਰਨ 'ਤੇ ਕੋਈ 0 ਬਣ ਜਾਂਦਾ ਹੁੰਦਾ, ਪਰ ਇਹਨਾਂ 'ਚ ਬਣਦਾ। ਇਹ ਸਪੈਸ਼ਲ ਤਰ੍ਹਾਂ ਦੇ ਸੈੱਟ ਆ। ਹੁਣ ਇਹਨੂੰ ਮੈਂ ਆਈ ਲਿਖ ਸਕਦਾ ਐਕਸ ਵਾਈ ਪਲੱਸ ਐਕਸ ਵਾਈ, ਹਾਂ ਲਿਖ ਸਕਦਾ, ਕੋਈ ਪ੍ਰੋਬਲਮ ਨਹੀਂ। ਠੀਕ ਹੈ। ਹੁਣ ਐਂ ਕਰੋ, ਇੱਕ ਮਿੰਟ, ਐਕਸ ਵਾਈ ਪਲੱਸ ਐਕਸ ਵਾਈ, ਐਕਸ ਵਾਈ ਦੀ ਜਗ੍ਹਾ ਨਾ ਵੈਲਿਊ ਭਰ ਦਿਓ ਆਹ ਮਾਈਨਸ ਵਾਈ ਐਕਸ, ਇੱਧਰ ਐਕਸ ਵਾਈ ਰਹਿਣ ਦਿਓ। ਹੁਣ ਇਹਨੂੰ ਚੱਕ ਕੇ ਦੂਜੇ ਪਾਸੇ ਲੈ ਜਾਓ, ਐਕਸ ਵਾਈ ਤੇ ਇਜ਼ ਇਕੁਅਲ ਟੂ ਕੀ ਆ ਗਿਆ, ਵਾਈ ਐਕਸ। ਸੋ ਆਰ ਕੀ ਹੋ ਗਈ, ਕਮੂਟੇਟਿਵ ਪ੍ਰੂਵ ਹੋ ਗਈ। ਸੋ ਬੂਲੀਅਨ ਰਿੰਗ ਹੈ ਜਿਹੜੀ, ਇਹ ਬਹੁਤ ਖਤਰਨਾਕ ਰਿੰਗ ਹੈ ਅਤੇ ਇਹ ਕਮੂਟੇਟਿਵ ਹੁੰਦੀ ਹੈ। ਅੱਗੇ ਚੱਲੋ ਹੁਣ, ਨਿਲਪੋਟੈਂਟ ਐਲੀਮੈਂਟ। ਜਿਹੜੇ ਇਹੋ ਜਿਹੇ ਕੁਐਸਚਨ ਆ ਨਾ ਜਿਹਦੇ 'ਚ ਐਕਸ ਵਾਈ ਵਾਲੇ ਰਿਲੇਸ਼ਨ ਜੇ ਬਣਦੇ ਆ, ਇਹ ਕੋਈ ਨਹੀਂ ਛੱਡਣਾ। ਠੀਕ ਆ, ਮੈਂ ਤੇ ਮੇਰੀ ਸਲਾਹ ਦਿੰਦਾ ਮੈਂ ਤੁਹਾਨੂੰ, ਇਹ ਕੋਈ ਨਹੀਂ ਛੱਡਣਾ ਤੁਸੀਂ। ਜਿਹਦੇ 'ਚ ਐਕਸ ਵਾਈ ਵਾਲਾ ਰਿਲੇਸ਼ਨ ਜਾਂ ਬਣ ਗਿਆ, ਉਹ ਕੋਈ ਨਹੀਂ ਛੱਡਣਾ। ਆਹ ਕਰਾਉਣ ਲੱਗਾ ਹੁਣ ਮੈਂ, ਆਹ ਪਿਆ ਅੱਗੇ ਇੱਕ ਹੋਰ ਆ ਗਿਆ ਰਿਲੇਸ਼ਨ ਜੇ ਵਾਲਾ, ਐਕਸ ਕਿਊਬ ਇਜ਼ ਇਕੁਅਲ ਟੂ ਐਕਸ। ਗਾਂ ਵੀ ਆਉਣਗੇ, ਅਜੇ ਹੋਰ ਵੀ ਹੈਗੇ ਆ ਤੁਹਾਡੀ ਬੁੱਕ 'ਚ, ਸ਼ਾਇਦ ਜ਼ਿਆਦਾ ਹੋਣ ਕਿਉਂਕਿ ਇਹ ਪੁਰਾਣੀ ਆ। ਆ ਗਿਆ ਇੱਕ, ਹੋਰ ਤਾਂ ਨਹੀਂ ਇਹਦੇ 'ਚ ਕੋਈ ਦਿੱਤਾ, ਤੁਹਾਡੀ ਬੁੱਕ 'ਚ ਹੋਣਗੇ ਸ਼ਾਇਦ। ਇਹ ਕਹਿੰਦਾ ਇੱਕ ਪ੍ਰੋਪਰਟੀ ਹੈ, ਕਹਿੰਦਾ ਆਰ ਥਿਓਰਮ। ਚਲੋ ਅਗਲੀ ਵੀਡੀਓ 'ਚ ਦੇਖਦੇ ਹਾਂ, ਇਹ ਇੱਕ ਵਾਰੀ ਕੰਪਲੀਟ ਕਰਦਾ ਹੈ।